अपने इतिहास नूं चानण दे विच वेखो, तस्वीरां किसने बनाईयां ने। वो तस्वीरां तुसीं वेखियां जिहदे विच वजीर खां उंगल करके कह रहा साहिबजादियां वल भी इन्हां नूं दीवारां दे विच चिण दिओ। तुहाडे दुश्मन ने ਉਹ ਤੇ ਤਸਵੀਰਾਂ ਬਣਾਤੀਆਂ ਜਿਨ੍ਹਾਂ ਦੇ ਵਿੱਚੋਂ ਮਨਮਤ ਝਲਕਦੀ ਹੈ, ਪਰ ਤੁਹਾਡੇ ਦੁਸ਼ਮਣ ਨੇ ਉਹ ਤਸਵੀਰਾਂ ਕਿਉਂ ਨਹੀਂ ਬਣਾਈਆਂ ਜਿਨ੍ਹਾਂ ਵਿੱਚੋਂ ਤੁਹਾਡੀ ਬਹਾਦਰੀ ਝਲਕਦੀ ਹੈ। ਖਾਸ ਕਰਕੇ ਜਿਹੜੀਆਂ ਦੁਕਾਨਾਂ ਗੁਰੂ ਘਰ ਨੇ ਠੇਕੇ ਤੇ ਦਿੱਤੀਆਂ ਨੇ, ਇਹਨਾਂ ਦੁਕਾਨਾਂ ਤੇ ਮਨਮਤ ਦਾ ਪ੍ਰਚਾਰ ਕਿਉਂ ਹੋ ਰਿਹਾ? ਇਹ ਤਸਵੀਰਾਂ ਕਿਉਂ? ਬੇਬੇ ਨਾਨਕੀ ਦੀ ਉਹ ਤਸਵੀਰ ਕਿਉਂ ਨਹੀਂ ਬਣੀ ਜਿਹਦੇ ਵਿੱਚ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਰਬਾਬ ਫੜਾਉਂਦੀ ਪਈ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਬਾਬਰ ਦੇ ਸਾਹਮਣੇ ਖਲੋ ਕੇ ਕਹਿਣਾ ਵੀ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਤੁਹਾਨੂੰ ਕੀ ਲੱਗਦਾ ਵੀ ਬੇਅਦਬੀ ਉਹ ਹੈ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅੰਗ ਜਿਹੜੇ ਨੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ, ਪੰਨੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ, ਪੱਤਰੇ ਗਲੀਆਂ ਵਿੱਚ ਖਿਲਾਰ ਦਿੱਤੇ? ਤੁਹਾਨੂੰ ਕੀ ਲੱਗਦਾ ਵੀ ਇਹ ਬੇਅਦਬੀ ਹੈ? ਤੇ ਬੇਅਦਬੀ ਕੱਲੇ ਅੰਗ ਖਿਲਾਰ ਕੇ ਗਲੀਆਂ ਦੇ ਵਿੱਚ ਨਹੀਂ ਹੁੰਦੀ। ਵੀ ਮੇਰੇ ਬਾਪ ਨੇ ਮੈਨੂੰ ਕੰਮ ਕਹਿ ਦਿੱਤਾ, ਮੈਂ ਬਾਪ ਦੇ ਮੂੰਹ ਤੇ ਠੋਕ ਕੇ ਜਵਾਬ ਦੇ ਦਿੱਤਾ। ਸੱਚ ਕਰਕੇ ਜਾਣਿਆ ਜੇ ਇਹ ਵੀ ਮੇਰੇ ਬਾਪ ਦੀ ਤੋਹੀਨ ਹੈ। ਬਾਣੀ ਦਾ ਨਿਰਾਦਰ ਹੀ ਗੁਰੂ ਦਾ ਨਿਰਾਦਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੰਭਤਾ ਦੇ ਵਿੱਚ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ। ਅਕਸਰ ਮੈਂ ਦੇਖਦਾ ਵਾਂ ਜਦੋਂ ਗੁਰੂ ਘਰ ਦੀ ਸਟੇਜ ਤੋਂ, ਉਹ ਭਾਵੇਂ ਮੈਂ ਅਨਾਉਂਸ ਕਰਾਂ ਭਾਵੇਂ ਕੋਈ ਵੀ ਅਨਾਉਂਸ ਕਰੇ, ਅਸੀਂ ਇੱਕ ਗੱਲ ਸਹਿਜ ਸੁਭਾਏ ਕਹਿ ਦਿੰਦੇ ਹਾਂ ਵੀ ਆਪ ਜੀ ਨੇ ਆਪਣੀਆਂ ਕੀਮਤੀ ਘੜੀਆਂ ਦੇ ਵਿੱਚੋਂ ਕੁਝ ਸਮਾਂ ਕੱਢਿਆ। ਮੇਰਾ ਮੰਨਣਾ ਇਹ ਹੈ ਵੀ ਸਮੇਂ ਦੀ ਕੀਮਤ ਹੀ ਗੁਰੂ ਕੀ ਗੋਦੀ ਵਿੱਚ ਆ ਕੇ ਪੈਂਦੀ ਹੈ। ਜਿਹੜਾ ਸਮਾਂ ਹੁਣ ਅਸੀਂ ਆਪਣੇ ਕੰਮਾਂ ਕਾਜਾਂ ਦੇ ਵਿੱਚ ਗੁਜ਼ਾਰਿਆ, ਮੈਂ ਕਿਵੇਂ ਕਹਿ ਸਕਦਾ ਵੀ ਉਹ ਕੀਮਤੀ ਸਮਾਂ? ਮੇਰਾ ਮੰਨਣਾ ਇਹ ਹੈ ਵੀ ਜਿਹੜਾ ਸਮਾਂ ਗੁਰੂ ਕੀ ਗੋਦ ਵਿੱਚ ਗੁਜ਼ਰਦਾ ਹੈ, ਜਿਹੜਾ ਸਮਾਂ ਗੁਰੂ ਦੀ ਸ਼ਬਦ ਦੀ ਵਿਚਾਰ ਸੁਣ ਕੇ ਗੁਜ਼ਰਦਾ ਹੈ, ਜਿਹੜਾ ਅਮੀਰ ਇਤਿਹਾਸ ਨੂੰ ਪੜ੍ਹ ਕੇ ਸੁਣ ਕੇ ਗੁਜ਼ਰਦਾ ਹੈ, ਮੇਰਾ ਤੇ ਮੰਨਣਾ ਇਹ ਹੈ ਵੀ ਸਮੇਂ ਦੀ ਕੀਮਤ ਇੱਥੇ ਆ ਕੇ ਪੈਂਦੀ। ਬਾਕੀ ਤੇ ਘੜੀਆਂ ਗਵਾ ਹੀ ਰਹੇ ਆ ਨਾ ਆਪਾਂ, ਕਿਤੇ ਕੰਮਕਾਰ ਦੇ ਵਿੱਚ, ਕਿਤੇ ਗੱਲਾਂ ਬਾਤਾਂ ਦੇ ਵਿੱਚ, ਕਿਤੇ ਸੱਜਣਾ ਮਿੱਤਰਾਂ ਨਾਲ, ਕਿਤੇ ਯਾਰਾਂ ਦੋਸਤਾਂ ਨਾਲ। ਠੀਕ ਹੈ, ਉਹ ਵੀ ਰਿਸ਼ਤੇ ਬੜੇ ਜ਼ਰੂਰੀ ਨੇ, ਪਰ ਸਮੇਂ ਦੀ ਕੀਮਤ ਤੇ ਘੜੀਆਂ ਅਮੋਲਕ ਉਦੋਂ ਆ ਕੇ ਬਣਦੀਆਂ ਨੇ ਜਦੋਂ ਗੁਰੂ ਕੀ ਗੋਦੀ ਦੇ ਵਿੱਚ ਸਾਡਾ ਸਮਾਂ ਗੁਜ਼ਰਦਾ ਹੈ। ਇਸ ਕਰਕੇ ਮੈਂ ਇੰਜ ਕਹਿ ਸਕਦਾ ਵੀ ਅਸੀਂ ਆਪਣੀਆਂ ਘੜੀਆਂ ਨੂੰ ਕੀਮਤੀ ਬਣਾਉਂਦੇ ਹੋਏ ਗੁਰੂ ਕੀ ਗੋਦੀ ਦੇ ਵਿੱਚ ਜੁੜੇ ਹਾਂ। ਤੇ ਮੈਂ ਪ੍ਰਬੰਧਕ ਵੀਰਾਂ ਨੂੰ ਪੁੱਛਿਆ ਸੀ ਵੀ ਵਿਸ਼ਾ, ਉਹਨਾਂ ਨੇ ਦੱਸਿਆ ਵੀ ਬਾਣੀ ਤੇ ਬਾਣਾ। ਬੜਾ ਧਿਆਨ ਦੇ ਕੇ ਸੁਣਿਆ ਜੇ। ਕਿਹੜੇ ਜੀ? ਆ ਦੋ ਚੀਜ਼ਾਂ ਨੋਟ ਕਰਿਆ ਜੇ। ਆਪਾਂ ਪੂਰੀ ਸ਼ਬਦ ਵਿਚਾਰ ਇਹਨਾਂ ਦੋ ਚੀਜ਼ਾਂ ਦੇ ਇਰਦ ਗਿਰਦ ਲੈ ਕੇ ਚੱਲਾਂਗੇ, ਇੱਕ ਬਾਣੀ ਤੇ ਦੂਜਾ ਬਾਣਾ। ਹੁਣ ਦੇਖੋ, ਮੈਂ ਕਹਾਂ ਵੀ ਆਹ ਬਾਣਾ, ਨਾ 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 ਨਾ, ਸਾਨੂੰ ਬਾਣਾ ਵੀ ਦੇਖਣਾ ਪਏਗਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਿਸ ਬਾਣੇ ਦੀ ਗੱਲ ਕਰਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ। ਦੇਖੋ, ਇੱਕ ਚੀਜ਼ ਚੇਤੇ ਰੱਖਿਆ ਜੇ, ਸਾਡੇ ਕੋਲ ਤੇ ਬਹੁਤ ਸੌਖਾ ਕੰਮ ਹੈ ਵੀ ਸਾਡੇ ਕੋਲ ਸਿੱਖਾਂ ਕੋਲ ਬੜੀ ਵੱਡੀ ਕਸਵੱਟੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ। ਤੁਸੀਂ ਆਪਣੇ ਜੀਵਨ ਦੇ ਵਿੱਚ ਰਿਲੇਸ਼ਨ ਦੀ ਗੱਲ ਕਰਨੀ ਹੈ ਤੇ ਕਸਵੱਟੀ ਗੁਰਬਾਣੀ ਨੂੰ ਲਓ। ਤੁਸੀਂ ਆਪਣੇ ਕੰਮਕਾਰ ਕਰਨੇ ਨੇ, ਕਸਵੱਟੀ ਗੁਰਬਾਣੀ ਨੂੰ ਲਓ। ਤੁਸੀਂ ਆਪਣੇ ਜੀਵਨ ਦੇ ਵਿੱਚ ਦੁਬਿਧਾ ਦੇ ਵਿੱਚੋਂ ਕਸਵੱਟੀ ਗੁਰਬਾਣੀ ਦੀ ਲਓ। ਤੇ ਮੈਂ ਕਹਿੰਦਾ ਵੀ ਜੇ ਗੱਲ ਬਾਣੀ ਦੀ ਵੀ ਕਰਨੀ ਹੈ ਨਾ, ਤੇ ਕਸਵੱਟੀ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੋਵੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਆਰੰਭਤਾ ਦੇ ਵਿੱਚ ਗੱਲ ਕਰੀਏ ਆਪਾਂ ਬਾਣੀ ਦੀ, ਪਹਿਲਾਂ ਦੇਖਣਾ ਪਏਗਾ ਵੀ ਬਾਣੀ ਕੀ ਹੈ। ਆਖੋ ਸਤਿਨਾਮ ਸ੍ਰੀ। ਬਾਣੀ ਕੀ ਹੈ? ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਹੀ ਜਵਾਬ ਦਿੰਦੇ ਨੇ। ਇਹ ਤੇ ਹਰਪ੍ਰੀਤ ਸਿੰਘ ਮਖੂ ਜਵਾਬ ਨਹੀਂ ਦੇ ਸਕਦਾ। ਪਹਿਲਾਂ ਦੇਖਣਾ ਪਏਗਾ ਵੀ ਭੈਣੋ ਬਾਣੀ ਕੀ ਹੈ। ਤੇ ਬਾਣੀ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਤੇ ਮਿੱਠਾ ਜਿਹਾ ਜਵਾਬ ਹੈ। ਸਤਿਗੁਰ ਕਹਿੰਦੇ ਬਾਣੀ ਗੁਰੂ, ਬੋਲੋ ਬੋਲੋ ਮੜ ਜੀ, ਆਵਾਜ਼ ਕੱਢੋ, ਆਵਾਜ਼ ਆਵੇ ਤੁਹਾਡੀ। ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਅਗਲਾ ਪਾਵਨ ਬਚਨ ਕੀ ਹੈ? ਵਿੱਚ ਬਾਣੀ ਅੰਮ੍ਰਿਤ ਸਾਰੇ। ਪਹਿਲਾਂ ਦੇਖਣਾ ਪਏਗਾ ਬਾਣੀ ਕੀ ਹੈ। ਸਤਿਗੁਰ ਕਹਿੰਦੇ ਬਾਣੀ ਹੀ ਗੁਰੂ ਹੈ। ਤੇ ਇਹਦਾ ਅਰਥ ਹੈ ਵੀ ਬਾਣੀ ਦਾ ਨਿਰਾਦਰ ਹੀ ਗੁਰੂ ਦਾ ਨਿਰਾਦਰ ਹੈ। ਆਖੋ ਸਤਿਨਾਮ ਸ੍ਰੀ। ਬੜਾ ਧਿਆਨ ਦੇ ਕੇ ਸੁਣਿਆ ਜੇ। ਤੁਹਾਨੂੰ ਕੀ ਲੱਗਦਾ ਵੀ ਬੇਅਦਬੀ ਉਹ ਹੈ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅੰਗ ਜਿਹੜੇ ਨੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ, ਪੰਨੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ, ਪੱਤਰੇ ਗਲੀਆਂ ਵਿੱਚ ਖਿਲਾਰ ਦਿੱਤੇ? ਤੁਹਾਨੂੰ ਕੀ ਲੱਗਦਾ ਵੀ ਇਹ ਬੇਅਦਬੀ ਹੈ? ਇਤਰਾਜ਼ ਨਾ ਮੇਰੀ ਗੱਲ ਦਾ ਕਰਨਾ, ਗੱਲ ਕੌੜੀ ਜੀ ਲੱਗ ਸਕਦੀ ਹੈ। ਮੇਰਾ ਮੰਨਣਾ ਇਹ ਹੈ ਵੀ ਮੇਰੇ ਬਾਪ ਨੇ ਮੈਨੂੰ ਕੰਮ ਕਹਿ ਦਿੱਤਾ, ਮੈਂ ਬਾਪ ਦੇ ਮੂੰਹ ਤੇ ਠੋਕ ਕੇ ਜਵਾਬ ਦੇ ਦਿੱਤਾ। ਸੱਚ ਕਰਕੇ ਜਾਣਿਆ ਜੇ ਇਹ ਵੀ ਮੇਰੇ ਬਾਪ ਦੀ ਤੋਹੀਨ ਹੈ। ਤੇ ਬੇਅਦਬੀ ਕੱਲੇ ਅੰਗ ਖਿਲਾਰ ਕੇ ਗਲੀਆਂ ਦੇ ਵਿੱਚ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਮੈਂ ਉਹਨਾਂ ਗੱਲਾਂ ਤੋਂ ਮੁਨਕਰ ਹੋ ਗਿਆ ਵਾਂ।
ਸੱਚ ਕਰਕੇ ਜਾਣਿਆ। ਜੇ ਹੈ ਤੇ ਸੂਖਸ਼ਮ ਰੂਪ ਦੇ ਵਿੱਚ ਇਹ ਵੀ ਬੇਅਦਬੀ ਹੈ ਨਾ। ਆਖੋ ਸਤਨਾਮ ਸ੍ਰੀ। ਹੁਣ ਤੁਸੀਂ ਕਹੋਗੇ ਕਿੱਥੇ ਲਿਖਿਆ ਹੋਇਆ? ਮੈਂ ਕਹਿੰਦਾ ਗੁਰਬਾਣੀ ਦਾ ਪਾਵਨ ਬਚਨ ਹੈ, ਸਲਾਮ ਜਵਾਬ ਦੋਵੇਂ ਕਰੇ। ਆਪਾਂ ਪੜ੍ਹਦੇ ਹਾਂ ਨਾ, ਬੋਲੋ ਸਲਾਮ ਜਵਾਬ ਦੋਵੇਂ ਕਰੇ। ਤੇ ਅਗਲਾ ਪਾਵਨ ਬਚਨ ਕੀ ਹੈ? ਮੁੱਢੋਂ ਕੁੱਥਾ ਜਾਏ। ਬਾਪੂ ਕਹਿੰਦੇ ਵੀ ਦੋ ਦੋ ਕੰਮ ਨਾ ਕਰ, ਤੂੰ ਸਲਾਮ ਵੀ ਕਰਦਾ ਤੂੰ ਜਵਾਬ ਵੀ ਦੇਣਾ। ਹੁਣ ਤੁਸੀਂ ਕਹੋਗੇ ਵੀ ਸਲਾਮ ਦੇ ਕੀ ਅਰਥ ਨੇ ਤੇ ਜਵਾਬ ਦੇ ਕੀ ਅਰਥ ਨੇ? ਬੜਾ ਧਿਆਨ ਦੇ ਕੇ ਸੁਣਿਆ ਜੇ। ਅਸੀਂ ਬਾਹਰੋਂ ਆਏ ਤੇ ਪਹਿਲਾਂ ਆਪਣਾ ਜੋੜਾ ਉਤਾਰਿਆ, ਜੋੜਾ ਉਤਾਰਿਆ ਤੇ ਚਰਨ ਕੁੰਡ ਦੇ ਵਿੱਚੋਂ ਆਪਣੇ ਪੈਰ ਸਾਫ਼ ਕੀਤੇ, ਫਿਰ ਅਸੀਂ ਜੇਬ ਦੇ ਵਿੱਚੋਂ 2 ਨੋਟ ਕੱਢੇ। ਦੇਖੋ ਹਰ ਬੰਦਾ ਆਪਣੀ ਹੈਸੀਅਤ ਮੁਤਾਬਕ ਕੱਢ ਲੈਂਦਾ ਹੋਵੇਗਾ। ਵੈਸੇ ਆਮ ਕਰਕੇ ਸਾਡੇ ਵਿੱਚ ਇੱਕ ਰਿਵਾਜ ਆ 10 ਰੁਪਈਆਂ ਦਾ, ਹੈ ਨਾ। ਬੜਾ ਧਿਆਨ ਦੇ ਕੇ ਸੁਣਦੇ ਜਾਣਾ। ਉਹ ਫਿਰ ਅਸੀਂ 2 ਨੋਟ ਕੱਢੇ, ਇੱਕ ਗੁਰੂ ਕੀ ਗੋਲਕ ਦੇ ਵਿੱਚ, ਇੱਕ ਆਮ ਕਰਕੇ ਅਸੀਂ ਪ੍ਰਚਾਰਕਾਂ ਦੇ ਅੱਗੇ। ਮੱਥਾ ਟੇਕਣ ਤੋਂ ਬਾਅਦ ਪਰਿਕਰਮਾ ਕੱਢ ਕੇ ਅਸੀਂ ਚੌਂਕੜਾ ਮਾਰ ਕੇ ਬਹਿ ਗਏ। ਸਲਾਮ ਤੇ ਕੀਤੀ ਹੈ ਜੀ ਸਿਰੇ ਦੀ। ਆਖੋ ਸਤਨਾਮ ਸ੍ਰੀ। ਸਲਾਮ ਕੀਤੀ ਹੈ ਜੀ ਅਸੀਂ ਆਪਣੇ ਗੁਰੂ ਨੂੰ, ਨਤਮਸਤਕ ਹੋਇਆ। ਤੇ ਜਵਾਬ ਕਿੱਥੇ ਆ ਗਿਆ? ਸੁਣ ਲਿਆ ਜੇ। ਹੁਣ ਜਿੰਨੇ ਆਪਾਂ ਅੱਜ ਦੀਵਾਨ ਵਿੱਚ ਬੈਠੇ ਹਾਂ, ਗੱਲ ਕੌੜੀ ਜੀ ਲੱਗ ਸਕਦੀ ਹੈ ਕਿਉਂਕਿ ਮੈਨੂੰ ਉਹ ਪਲੋਸਣ ਵਾਲਾ ਕੰਮ ਆਇਆ ਨਹੀਂ ਨਾ। ਬਸ ਆਹ ਮੇਰੇ ਵਿੱਚ ਇੱਕ ਬੜੀ ਵੱਡੀ ਭੈੜ ਰਹਿ ਗਈ ਹੈ, ਗਲਤੀ ਰਹਿ ਗਈ ਹੈ। ਕੋਸ਼ਿਸ਼ ਕਰਾਂਗਾ ਵੀ ਬੀਬਾ ਬੱਚਾ ਬਣ ਕੇ ਸੁਧਾਰਾਂ, ਪਰ ਮੇਥੋਂ ਇੰਨਾ ਬੀਬਾ ਨਹੀਂ ਬਣਿਆ ਜਾਣਾ। ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੈਨੂੰ ਉਹ ਪ੍ਰਚਾਰਨਾ ਪੈਣਾ। ਹੁਣ ਬੜਾ ਧਿਆਨ ਦੇ ਕੇ ਸੁਣਿਆ ਜੇ, ਜਵਾਬ ਸਾਡਾ ਕਿੱਥੇ ਹੁੰਦਾ ਹੈ? ਜਿੰਨੇ ਅੱਜ ਆਪਾਂ ਗੁਰੂ ਕੀ ਗੋਦੀ ਵਿੱਚ ਬਹਿ ਕੇ ਜਾਣਾ, ਜਿੰਨੇ ਅੱਜ ਆਪਾਂ ਗੁਰੂ ਘਰ ਦੇ ਵਿੱਚ ਆਉਣਾ, ਕਥਾ ਹੋਣੀ, ਕੀਰਤਨ ਹੋਣਾ, ਸੱਚ ਕਰਕੇ ਜਾਣਿਆ ਜੇ ਵੀ ਸੱਚੀ ਮੁੱਚੀ ਆਪਣੇ ਮਨ ਨੂੰ ਪੁੱਛਿਆ ਜੇ ਵੀ ਅੱਜ ਆਪਾਂ ਪ੍ਰਕਾਸ਼ ਦਿਖਾੜਾ ਮਨਾਉਂਦੇ ਹੋਏ ਆਪਣੇ ਅੰਦਰ ਦੇ ਹਨੇਰੇ ਨੂੰ ਅੱਜ ਅਲਵਿਦਾ ਕਵਾਂਗੇ? ਅੱਜ ਆਪਣੇ ਅੰਦਰ ਅਗਿਆਨਤਾ ਦੇ ਹਨੇਰੇ ਨੂੰ ਅਲਵਿਦਾ ਕਵਾਂਗੇ? ਅਸੀਂ ਕਵਾਂਗੇ ਵੀ ਸਤਿਗੁਰ ਪਾਤਸ਼ਾਹ ਅੱਜ ਇਹ ਪ੍ਰਕਾਸ਼ ਮੈਂ ਆਪਣੇ ਜੀਵਨ ਦੇ ਵਿੱਚ ਲੈ ਕੇ ਜਾਣਾ ਵਾ। ਆਖੋ ਸਤਨਾਮ ਸ੍ਰੀ। ਮੈਂ ਅੱਜ ਤੋਂ ਬਾਅਦ ਵਹਿਮਾਂ ਦੇ ਨੇਰ ਕੱਢੇ, ਮੈਂ ਅੱਜ ਤੋਂ ਬਾਅਦ ਕਰਮ ਕਾਂਡਾਂ ਦੇ ਨੇਰ ਕੱਢੇ, ਮੈਂ ਅੱਜ ਤੋਂ ਬਾਅਦ ਕਿਸੇ ਵੀ ਪ੍ਰਕਾਰ ਦੇ ਖੋਟੇ ਵਿਚਾਰਾਂ ਦੇ ਹਨੇਰ ਕੱਢੇ। ਸਤਿਗੁਰੂ ਮੈਂ ਹਨੇਰੇ ਨੂੰ ਅੱਜ ਅਲਵਿਦਾ ਕਹਿ ਦਿੱਤਾ ਤੇ ਅੱਜ ਮੈਂ ਪ੍ਰਕਾਸ਼ ਲੈ ਕੇ ਜਾ ਰਿਹਾ। ਮੈਂ ਕਿੰਨੇ ਕੁ ਹੋਣਗੇ? ਪਤਾ ਕੀ ਹੋਣਾ? ਸਵੇਰ ਦਾ ਜਦੋਂ ਵਕਤ ਹੋਵੇਗਾ, ਆਖੋ ਸਤਨਾਮ ਸ੍ਰੀ। ਸਵੇਰ ਦਾ ਵਕਤ ਹੋਵੇਗਾ, ਸੰਗਤ ਆਪਸ ਦੇ ਵਿੱਚ ਸਾਂਝ ਪਾਵੇਗੀ, ਇੱਕ ਦੂਜੇ ਨਾਲ ਗੱਲਾਂ ਹੋਣਗੀਆਂ। ਤੁਸੀਂ ਰਾਤ ਦੇ ਦੀਵਾਨ ਵਿੱਚ ਗਏ ਸੀ? ਹਾਂ, ਮੈਂ ਰਾਤ ਦੇ ਦੀਵਾਨ ਦੇ ਵਿੱਚ ਗਿਆ। ਮੈਨੂੰ ਪੁੱਛੋ ਵੀ ਲੰਗਰ ਦੇ ਵਿੱਚ ਕੀ ਬਣਿਆ? ਮੈਨੂੰ ਪੁੱਛੋ ਸਹੀ ਇਹਨਾਂ ਪ੍ਰਬੰਧਕ ਸੱਜਣਾ ਨੇ ਕੀ ਬਣਾਇਆ? ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿਆਂਗਾ। ਉਹ ਕਹਿੰਦਾ ਨਹੀਂ, ਪ੍ਰਬੰਧਕ ਸੱਜਣਾ ਨੇ ਲੰਗਰ ਦੇ ਵਿੱਚ ਕੀ ਬਣਾਇਆ ਇਹ ਚੀਜ਼ਾਂ ਛੱਡ ਦਿਓ, ਧਿਆਨ ਦਿਆ ਜੇ। ਠੀਕ ਹੈ, ਸਰੀਰ ਦੀ ਪੂਰਤੀ ਕਰਨੀ ਹੈ, ਅਸੀਂ ਪ੍ਰਸ਼ਾਦਾ ਵੀ ਇੱਥੋਂ ਛਕਣਾ। ਮੈਂ ਤੇ ਇੱਥੋਂ ਤੱਕ ਵੀ ਕਹਿਣਾ ਹੁੰਨਾ, ਮੈਂ ਜਦੋਂ ਕੋਈ ਸੱਜਣ ਮੈਨੂੰ ਕਹਿ ਦੇਵੇ, ਕਹਿੰਦੇ ਭਾਈ ਸਾਹਿਬ ਗੁਰੂ ਕਾ ਲੰਗਰ ਤੇ ਛਕ ਕੇ ਜਾਇਆ ਜੇ, ਮੈਂ ਕਹਿੰਦਾ ਤੁਹਾਡੀ ਗੱਲ ਬਹੁਤ ਅੱਛੀ ਹੈ, ਗੁਰੂ ਕਾ ਲੰਗਰ ਛਕ ਕੇ ਜਾਵਾਂਗਾ, ਪਰ ਮੇਰਾ ਮੰਨਣਾ ਇਹ ਹੈ ਵੀ ਜਿਹੜਾ ਘਰ ਦੇ ਵਿੱਚ ਲੰਗਰ ਹੈ ਨਾ, ਉਹ ਵੀ ਮੇਰਾ ਨਹੀਂ, ਉਹ ਵੀ ਮੇਰੇ ਗੁਰੂ ਦਾ ਹੀ ਲੰਗਰ ਹੈ। ਆਖੋ ਸਤਨਾਮ ਸ੍ਰੀ। ਵਾਹਿਗੁਰੂ ਸੱਚ ਬੋਲਿਆ ਜੇ। ਬਾਪੂ ਨੇ ਤਰਸ ਕਰਕੇ ਦਿੱਤਾ ਹੈ ਨਾ ਸਾਨੂੰ। ਦੇਖੋ ਇੱਥੇ ਉਹ ਵੀ ਲੋਕ ਨੇ ਜਿਹੜੇ ਭੁੱਖੇ ਸੌਂਦੇ ਨੇ, ਇੱਥੇ ਉਹ ਵੀ ਲੋਕ ਨੇ ਜਿਹੜੇ ਸ਼ਾਮ ਨੂੰ ਹੱਥ ਅੱਡ ਅੱਡ ਕੇ ਮੰਗਦੇ ਨੇ। ਸਤਿਗੁਰੂ ਤੇਰਾ ਸ਼ੁਕਰ ਹੈ 2 ਵਕਤ ਦੀ ਰੋਟੀ ਥਾਲੀ ਦੇ ਵਿੱਚ ਪੈ ਕੇ ਆ ਰਹੀ ਹੈ, ਇਹ ਵੀ ਬਾਪੂ ਤੇਰਾ ਲੰਗਰ ਹੈ। ਮੈਂ ਤੇ ਪ੍ਰਸ਼ਾਦੇ ਦੇ ਜਿਸ ਵੇਲੇ ਬੁਰਕੀ ਗਰਾਕੀ ਮੂੰਹ ਦੇ ਵਿੱਚ ਪਾਉਣਾ, ਮੈਂ ਹੱਥ ਜੋੜ ਕੇ ਕਹਿਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ। ਆਵਾਜ਼ ਕੱਢੋ ਨਾ ਮਾੜੀ ਜੀ, ਤੂੰ ਦਾਤਾ ਦਾਤਾਰ ਤੇਰਾ ਦਿੱਤਾ। ਬਾਪੂ ਇਹ ਲੰਗਰ ਮੇਰਾ ਨਹੀਂ, ਮੈਂ ਇੱਕ ਭਰਮ ਪਾਲ ਕੇ ਬੈਠਾ ਵਾਂ। ਇਹ ਲੰਗਰ ਮੇਰਾ, ਮੈਂ ਭਰਮ ਪਾਲ ਕੇ ਬੈਠਾ ਵਾਂ। ਮੈਂ ਘਰ ਦੇ ਵਿੱਚ ਕਮਾਈ ਕਰਦਾ ਵਾਂ, ਮੈਂ ਭਰਮ ਪਾਲ ਕੇ ਬੈਠਾ, ਮੈਂ ਬੱਚੇ ਪਾਲਦਾ ਵਾਂ। ਪਰ ਕੌੜਾ ਸੱਚ ਤੇ ਦੁਨੀਆ ਦਾ ਇਹ ਹੈ ਬਾਪੂ, ਇਹ ਲੰਗਰ ਤੁਹਾਡੇ ਬਖਸ਼ਿਸ਼ ਕੀਤੇ ਹੋਏ ਨੇ। ਦੇਖੋ ਸਵੇਰ ਦਾ ਵਕਤ ਹੋਣਾ, ਆਪਸ ਦੇ ਵਿੱਚ ਵਿਚਾਰਾਂ ਦੇ ਪ੍ਰਵਾਹ ਚੱਲਣੇ ਨੇ। ਇੱਕ ਨੇ ਦੂਜੇ ਨੂੰ ਪੁੱਛਣਾ, ਤੁਸੀਂ ਦੀਵਾਨ ਦੇ ਵਿੱਚ ਗਏ ਸੀ? ਕਹਿੰਦੇ ਖਾਂ ਮੈਂ ਗਿਆ ਸੀ। ਮੈਨੂੰ ਪੁੱਛੋ ਲੰਗਰ ਦੇ ਵਿੱਚ ਕੀ ਬਣਿਆ? ਉਹ ਕਹਿੰਦਾ ਲੰਗਰ ਦੀ ਛੱਡੋ, ਦੀਵਾਨ ਦੇ ਵਿੱਚ ਕੀ ਬਣਿਆ ਉਹ ਸੁਣਾ। ਕਹਿੰਦਾ ਦੀਵਾਨ ਦੇ ਵਿੱਚ ਮੈਨੂੰ ਪੁੱਛੋ, ਇੱਕ ਕਥਾ ਵਾਚਕ ਆਇਆ, ਇੱਕ ਫਲਾਣਾ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਆਏ, ਇੱਕ ਫਲਾਣੇ ਰਾਗੀ ਸਿੰਘ ਆਏ, ਇੱਕ ਫਲਾਣੇ ਸਿੰਘ ਆਏ, ਆਪਾਂ ਨਾਂ ਨਹੀਂ ਨਾ ਲੈਂਦੇ। ਕਹਿੰਦਾ ਅੱਛਾ ਕਿੰਨੇ ਰਾਗੀ ਸਿੰਘ ਆਏ? ਕਹਿੰਦਾ ਜੀ ਰਾਗੀ ਸਿੰਘ ਵੀ ਆਏ, ਕਥਾ ਵਾਚਕ ਵੀ ਆਏ। ਕਹਿੰਦਾ ਸੁਣਾਇਆ ਕੀ? ਕਹਿੰਦਾ ਦੇਖ ਮੈਨੂੰ ਕਥਾ ਵਾਚਕ ਤੇ ਚੇਤੇ ਆ, ਮੈਨੂੰ ਰਾਗੀ ਸਿੰਘ ਤੇ ਚੇਤੇ ਆ, ਪਰ ਉਹਨਾਂ ਨੇ ਸ਼ਬਦ ਕਿਹੜੇ ਪੜ੍ਹੇ ਮੈਨੂੰ ਇਹ ਕੋਈ ਨਹੀਂ ਚੇਤੇ। ਆਖੋ ਸਤਨਾਮ ਸ੍ਰੀ। ਵਾਹਿਗੁਰੂ ਮੈਨੂੰ ਕਥਾ ਵਾਚਕ ਤੇ ਚੇਤੇ ਆ, ਪਰ ਕਥਾ ਕੀ ਕੀਤੀ ਮੈਨੂੰ ਇਹ ਚੇਤੇ ਨਹੀਂ। ਤੇ ਫਿਰ ਚਾਨਣ ਕਿੱਥੇ ਰਹਿ ਗਿਆ? ਆਖੋ ਸਤਨਾਮ ਸ੍ਰੀ। ਮੈਂ ਤੁਹਾਨੂੰ ਪੁੱਛਦਾ ਮੈਂ ਨਾ, ਫਿਰ ਚਾਨਣ ਕਿੱਥੇ ਆ? ਆਏ ਤੇ ਅਸੀਂ ਚਾਨਣ ਲੈਣਾ, ਕਿਉਂਕਿ ਪ੍ਰਕਾਸ਼ ਦਿਖਾੜਾ ਮਨਾ ਰਹੇ ਹਾਂ ਤੇ ਪ੍ਰਕਾਸ਼ ਸਾਡੇ ਜੀਵਨ ਵਿੱਚ ਆਵੇ। ਮੈਂ ਤੇ ਅਰਦਾਸ ਕਰਦਾ ਵਾਂ, ਜੇ ਪ੍ਰਕਾਸ਼ ਦਿਖਾੜਾ ਮਨਾ ਰਹੇ ਹੋ ਨਾ ਭੈਣੋ, ਹੱਥ ਬਨ ਕੇ ਬੇਨਤੀ ਕਰਾਂਗਾ, ਪ੍ਰਕਾਸ਼ ਤੁਹਾਡੇ ਵੀ ਜੀਵਨ ਵਿੱਚ ਆਵੇ, ਪ੍ਰਕਾਸ਼ ਮੇਰੇ ਵੀ ਜੀਵਨ ਵਿੱਚ ਆਵੇ। ਮੇਰੇ ਜੀਵਨ ਵਿੱਚੋਂ ਵੀ ਹਨੇਰ ਮੁੱਕੇ ਤੇ ਤੁਹਾਡੇ ਜੀਵਨ ਦੇ ਵਿੱਚੋਂ ਵੀ ਹਨੇਰ ਮੁੱਕੇ। ਪਰ ਬਦਕਿਸਮਤੀ ਇਹ ਆ, ਜਿੱਦਣ ਅੰਦਰ ਚਾਨਣ ਆ ਗਿਆ ਨਾ, ਉਹਦੇ ਹਨੇਰਾ ਨਹੀਂ ਰਹੇਗਾ। ਫਿਰ ਸਾਡਾ ਇਤਿਹਾਸ ਵੀ ਚਾਨਣ ਦੇ ਵਿੱਚ ਵੇਖਿਆ ਜਾਵੇਗਾ। ਆਖੋ ਸਤਨਾਮ ਸ੍ਰੀ।
ਵਾਹਿਗੁਰੂ। ਹੁਣ ਇਤਿਹਾਸ ਵੀ ਹਨੇਰੇ ਵਿੱਚ ਵੇਖਿਆ ਜਾ ਰਿਹਾ ਹੈ, ਕਿਉਂਕਿ ਗੁਰਬਾਣੀ ਰੂਪੀ ਚਾਨਣ ਹੈ ਨਹੀਂ ਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰਬਾਣੀ ਇਸ ਜਗ ਮਹਿ ਚਾਨਣ। ਹੁਣ ਗੁਰਬਾਣੀ ਚਾਨਣ ਹੈ, ਮੈਂ ਜੀਵਨ ਵਿੱਚ ਲਿਆਂਦਾ ਨਹੀਂ, ਤੇ ਇਤਿਹਾਸ ਵੀ ਹਨੇਰੇ ਵਿੱਚ ਹੀ ਲਿਖਿਆ ਜਾ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਦੇ ਵਿੱਚ ਖਿਆਲ ਆਵੇਗਾ ਕੋਈ ਇੱਕ ਉਦਾਹਰਨ ਦਿਓ। ਮੈਂ ਕਹਿੰਦਾ ਤੁਸੀਂ ਇੱਕ ਦੀ ਗੱਲ ਕਰੋਗੇ, ਮੈਂ ਤੁਹਾਨੂੰ 5-7 ਉਦਾਹਰਨਾਂ ਦੇ ਦਿੰਦਾ ਮੈਂ। ਹੁਣ ਸਾਰੇ ਸੁਣਿਆ ਜੇ। ਬੇਬੇ ਨਾਨਕੀ ਕੌਣ ਸੀ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਭੈਣ। ਅਬ ਮੇਰੇ ਨਾਲ ਬੋਲਿਆ ਕਰੋ ਨਾ, ਭੈਣਾਂ ਵੀ ਤੇ ਵੀਰ ਵੀ। ਬੇਬੇ ਨਾਨਕੀ ਕੌਣ ਸੀ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਭੈਣ। ਕਰੀਬ 5 ਸਾਲ ਵੱਡੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ। ਨਾਮ ਵੀ ਬੜਾ ਆਪਸ ਦੇ ਵਿੱਚ ਮੇਲ ਖਾਂਦਾ ਹੈ। ਪਾਤਸ਼ਾਹ ਦਾ ਨਾਮ ਨਾਨਕ ਹੈ ਤੇ ਭੈਣ ਦਾ ਨਾਮ ਨਾਨਕੀ ਹੈ। ਅਸਲ ਦੇ ਵਿੱਚ ਨਾਨਕੇ ਪਰਿਵਾਰ ਦੇ ਵਿੱਚ ਪੈਦਾ ਹੋਏ ਸੀ, ਤੇ ਨਾਨਕੇ ਕਹਿੰਦੇ ਵੀ ਨਾਮ ਕੀ ਰੱਖੀਏ? ਕਹਿੰਦੇ ਤੇ ਨਾਨਕਿਆਂ ਦੀ ਇਹਦਾ ਨਾਮ ਰੱਖ ਦਿਓ ਨਾਨਕੀ, ਵੀ ਨਾਨਕਿਆਂ ਦੀ। ਇੱਥੋਂ ਪਿਆ ਸੀ ਨਾਨਕੀ। ਤੇ ਜਦੋਂ ਸਮਾਂ ਆ ਗਿਆ ਤੇ 5 ਸਾਲਾਂ ਮਗਰੋਂ ਘਰ ਦੇ ਵਿੱਚ ਪ੍ਰਮਾਤਮਾ ਨੇ ਪੁੱਤਰ ਬਖਸ਼ਿਆ। ਤੇ ਤੁਸੀਂ ਇੱਕ ਚੀਜ਼ ਆਪਣੇ ਘਰਾਂ ਵਿੱਚ ਮਹਿਸੂਸ ਕਰਕੇ ਦੇਖੋ, ਮੈਂ ਵੀ ਬੇਟੀ ਦਾ ਬਾਪ ਹਾਂ। ਬੱਚੀਆਂ ਤੋਂ ਛੇਤੀ ਬੋਲਣ ਲੱਗ ਪੈਂਦੀਆਂ ਨੇ। ਇਹ ਸੱਚ ਹੈ ਜੀ ਮੇਰੀ ਉਹ ਭੈਣੋ, ਗੌਰ ਕਰਿਆ ਜੇ। ਬੱਚੀਆਂ ਤੋਂ ਛੇਤੀ ਬੋਲਣ ਲੱਗ ਪੈਂਦੀਆਂ ਨੇ। ਤੇ ਇਤਰਾਜ਼ ਨਾ ਕਰਿਆ ਜੇ ਮੇਰੇ ਵੀਰ, ਬੜੇ ਸਿਆਣੇ, ਬੜੇ ਸਨੱਖੇ ਅੱਗੇ ਬੈਠੇ ਨੇ। ਮੇਰਾ ਮੰਨਣਾ ਇਹ ਹੈ ਵੀ ਥੋੜ੍ਹੀਆਂ ਜੀਆਂ ਬੱਚੀਆਂ ਤੋਂ ਹੁਸ਼ਿਆਰ ਵੀ ਵੱਧ ਹੁੰਦੀਆਂ ਨੇ ਤੇ ਆਗਿਆਕਾਰ ਵੀ ਵੱਧ ਹੁੰਦੀਆਂ ਨੇ। ਆਖੋ ਸਤਨਾਮ ਸ੍ਰੀ। ਤੁਸੀਂ ਆਮ ਕਰਕੇ ਮਹਿਸੂਸ ਕਰਕੇ ਵੇਖੋ। ਹੁਣ ਉਸ 5 ਸਾਲ ਦੀ ਬੱਚੀ ਨੇ ਇੰਨਾ ਕੁ ਘਰ ਦੇ ਵਿੱਚ ਦਿਲ ਜਿੱਤਿਆ, ਮਿੱਠੀਆਂ ਮਿੱਠੀਆਂ ਗੱਲਾਂ ਦੇ ਦੁਆਰਾ। ਜਦੋਂ 5 ਸਾਲ ਮਗਰੋਂ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਕਹਿੰਦੇ ਨਾਮ ਕੀ ਰੱਖੀਏ? ਆ ਸੁਣਿਆ ਜੀ, ਨਾਮ ਕੀ ਰੱਖੀਏ? ਕਹਿੰਦੇ ਇਸ ਨਾਨਕੀ ਨੇ ਬੜਾ ਦਿਲ ਜਿੱਤਿਆ, ਇਹਦਾ ਨਾਮ ਨਾਨਕੀ ਸੀ, ਤੇ ਇਹਦੇ ਨਾਮ ਤੇ ਨਾਮ ਰੱਖ ਦਿਓ ਨਾਨਕ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਨਾਮ ਕੀ ਹੋ ਗਏ? ਨਾਨਕ ਤੇ ਨਾਨਕੀ। ਨਾਮ ਆਪਸ ਦੇ ਵਿੱਚ ਮੇਲ ਖਾਂਦੇ ਨੇ, ਪਰ ਮੇਰਾ ਮੰਨਣਾ ਇਹ ਆ ਇਕੱਲੇ ਨਾਮ ਨਹੀਂ ਮੇਲ ਖਾਂਦੇ, ਸੁਭਾਅ ਵੀ ਆਪਸ ਦੇ ਵਿੱਚ ਬੜੇ ਮੇਲ ਖਾਂਦੇ ਨੇ। ਆਖੋ ਸਤਨਾਮ ਸ੍ਰੀ। ਹੁਣ ਦੇਖੋ, ਨਾਮ ਤੇ ਮੇਰਾ ਹਰਪ੍ਰੀਤ ਹੈ। ਹੁਣ ਤੇ ਮੈਨੂੰ ਪਤਾ ਨਾ ਵੀ ਮੇਰੀ ਹਰ ਨਾਲ ਪ੍ਰੀਤ ਹੈ ਕਿ ਨਹੀਂ। ਨਾਮ ਤੇ ਸਾਰਿਆਂ ਦੇ ਧਾਰਮਿਕ ਹੁੰਦੇ ਨੇ। ਨਾਮ ਕਿਸੇ ਦਾ ਹੁੰਦਾ ਪਰਉਪਕਾਰ ਸਿੰਘ ਪਾਣੀ ਦੀ ਅਗਲੇ ਘੁੱਟ ਨਹੀਂ ਪੁੱਛਦੇ। ਆਖੋ ਸਤਨਾਮ ਸ੍ਰੀ। ਹੁਣ ਜੇ ਕਿਸੇ ਦਾ ਨਾਮ ਹੋਇਆ ਤੇ ਕਥਾ ਤੋਂ ਬਾਅਦ ਮੇਰੇ ਨਾਲ ਲੜਨ ਨਾ ਲੱਗ ਪਿਆ ਜੇ। ਮੈਂ ਉਦਾਹਰਨ ਦੇ ਰਿਹਾ ਮੈਂ, ਕਿਉਂਕਿ ਮੇਰੇ ਨਾਲ ਅੱਗੇ ਹੋਈ ਇੱਕ ਵਾਰ। ਮੈਂ ਕਿਸੇ ਜਗ੍ਹਾ ਦੇ ਉੱਪਰ ਜ਼ਿਕਰ ਕਰ ਦਿੱਤਾ, ਮੈਂ ਕਿਹਾ ਵੀ ਅਸੀਂ ਗੱਲਾਂ ਸੱਜਣ ਦੀਆਂ ਕਰਦੇ ਹਾਂ। ਉਹ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਗਿਆ। ਮੈਂ ਕਿਹਾ ਨਾਮ ਪਰਉਪਕਾਰ ਹੁੰਦਾ ਹੈ, ਪਾਣੀ ਦੀ ਅਗਲੇ ਘੁੱਟ ਨਹੀਂ ਪੁੱਛਦੇ। ਨਾਮ ਸੱਜਣ ਸਿੰਘ ਹੁੰਦਾ, ਕੰਮ ਦੁਸ਼ਮਣਾਂ ਵਾਲੇ ਹੁੰਦੇ ਨੇ। ਮੈਂ ਉਦਾਹਰਨ ਦੇ ਕੇ ਕਥਾ ਕਰਕੇ ਸਮਾਪਤੀ ਕਰਕੇ ਜੋੜਾ ਪਾਈ ਜਾਵਾਂ ਤੇ 2 ਸੱਜਣ ਮੇਰੇ ਆਲੇ ਦੁਆਲੇ ਖੜ ਗਏ। ਮੈਂ ਕਿਹਾ ਭਾਜੀ ਕੌਣ? ਕਹਿੰਦੇ ਸੱਜਣ ਸਿੰਘ। ਹੁਣ ਮੈਂ ਕੀ ਜਵਾਬ ਦਿਆਂ ਉੱਥੇ? ਮੈਂ ਫਿਰ ਦੱਸਿਆ, ਮੈਂ ਕਿਹਾ ਭਾਜੀ ਮੈਂ ਤੁਹਾਡੀ ਥੋੜਾ ਉਦਾਹਰਨ ਦਿੱਤੀ ਹੈ, ਮੈਂ ਤਾਂ ਇਤਿਹਾਸ ਵਾਲੇ ਸੱਜਣ ਦੀ ਗੱਲ ਕੀਤੀ ਸੀ, ਹੈ ਨਾ। ਕਈ ਵਾਰੀ ਦੇਖੋ ਐਸਾ ਹੋ ਜਾਂਦਾ, ਪਰ ਮੈਂ ਉਦਾਹਰਨ ਦੇਣਾ। ਨਾਮ ਸਾਰਿਆਂ ਦੇ ਧਾਰਮਿਕ ਨੇ, ਪਰ ਜੀਵਨ ਸਾਰਿਆਂ ਦਾ ਧਾਰਮਿਕ ਨਹੀਂ ਹੁੰਦਾ। ਇਸਲਾਮ ਦੇ ਵਿੱਚ ਵੀ ਨਾਮ ਵੇਖ ਲਵੋ, ਰਹੀਮ ਬਖਸ਼, ਕਰੀਮ ਬਖਸ਼, ਨਾਮ ਤੇ ਬੜੇ ਧਾਰਮਿਕ ਨੇ। ਹਿੰਦੂ ਜਗਤ ਦੇ ਵਿੱਚ ਨਾਮ ਵੇਖ ਲਓ, ਨਾਮ ਬੜੇ ਧਾਰਮਿਕ ਨੇ। ਸਿੱਖ ਜਗਤ ਦੇ ਵਿੱਚ ਨਾਮ ਵੇਖ ਲਓ, ਨਾਮ ਬੜੇ ਧਾਰਮਿਕ ਨੇ। ਬਿਰਤੀਆਂ ਸਾਡੀਆਂ ਧਾਰਮਿਕ ਨਹੀਂ ਹੁੰਦੀਆਂ, ਨਾਮ ਕਈ ਵਾਰੀ ਸਾਡੇ ਧਾਰਮਿਕ ਹੋ ਜਾਂਦੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਨਾਨਕ, ਭੈਣ ਦਾ ਨਾਮ ਨਾਨਕੀ। ਨਾਮ ਵੀ ਆਪਸ ਦੇ ਵਿੱਚ ਮੇਲ ਖਾਂਦੇ ਨੇ ਤੇ ਸੁਭਾਅ ਵੀ ਮੇਲ ਖਾਂਦੇ ਨੇ। ਮੈਂ ਤੇ ਇੱਥੋਂ ਤੱਕ ਆਖਣ ਨੂੰ ਤਿਆਰ ਹਾਂ, ਕਾਹਨ ਸਿੰਘ ਨਾਭਾ ਨੇ ਲਿਖਿਆ ਮਹਾਨ ਕੋਸ਼, ਕਲੇਜੇ ਵਿੱਚੋਂ ਰੁੱਗ ਭਰ ਕੇ ਬਾਹਰ ਕੱਢ ਦਿਆ। ਪਤਾ ਕੀ ਲਿਖਦੇ ਨੇ? ਸੁਣਿਆ ਜੇ। ਉਹ ਕਹਿੰਦੇ ਬੇਬੇ ਨਾਨਕੀ ਕੌਣ ਸੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਕਹਿੰਦੇ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਭੈਣ। ਬਸ ਕਹਾਣੀ ਖਤਮ। ਕਾਹਨ ਸਿੰਘ ਨਾਭਾ ਲਿਖਦੇ ਨੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਕੱਲੀ ਵੱਡੀ ਭੈਣ ਨਹੀਂ ਸੀ, ਕਹਿੰਦੇ ਗੁਰੂ ਨਾਨਕ ਦੇ ਧਰਮ ਨੂੰ ਧਾਰਨ ਕਰਨ ਵਾਲੀ ਪਹਿਲੀ ਸਿੱਖ ਬੀਬੀ ਵੀ ਸੀ। ਆਖੋ ਸਤਨਾਮ ਸ੍ਰੀ। ਅਚੇਤਾ ਰੱਖਣ ਵਾਲੀ ਗੱਲ ਹੈ, ਗੁਰੂ ਨਾਨਕ ਦੇ ਧਰਮ ਨੂੰ ਧਾਰਨ ਕਰਨ ਵਾਲੀ ਪਹਿਲੀ ਸਿੱਖ ਬੀਬੀ ਵੀ ਸੀ। ਤੇ ਉਹ ਸਿੱਖ ਬੀਬੀ ਦੇ ਨਾਲ ਹਨੇਰੇ ਦੇ ਵਿੱਚੋਂ ਘਟਨਾ ਕੀ ਜੋੜੀ ਹੋਈ ਏ, ਸਾਰੇ ਸੁਣ ਲਓ। ਪਹਿਲੀ ਮੈਂ ਇੱਕ ਅਰਜ਼ ਗੁਜ਼ਾਰਾਂਗਾ, ਬੜਾ ਧਿਆਨ ਇੱਕ ਵਿਚਾਰ ਵਾਲੇ ਪਾਸੇ ਦਿਆ ਜੇ, ਤਾਂ ਕਿ ਇੱਕ ਵੀ ਸ਼ਬਦ ਆਪਣਾ ਮਿਸ ਨਾ ਹੋ ਜਾਵੇ। ਅਸੀਂ ਇਤਿਹਾਸ ਨੂੰ ਬਰੀਕੀ ਦੇ ਵਿੱਚ ਤੇ ਚਾਨਣ ਦੇ ਵਿੱਚ ਵੇਖੀਏ, ਕਿਉਂਕਿ ਗੁਰਬਾਣੀ ਇਸ ਜਗ ਮਹਿ ਚਾਨਣ। ਚਾਨਣ ਦੇ ਵਿੱਚੋਂ ਆਪਣਾ ਇਤਿਹਾਸ ਵੇਖੋ। ਬੇਬੇ ਨਾਨਕੀ ਕੌਣ ਹੈ? ਧਿਆਨ ਦੇ ਕੇ ਸੁਣਿਆ ਜੇ। ਬੇਬੇ ਨਾਨਕੀ ਉਹ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਪਹਿਲੀ ਸਿੱਖ ਬੀਬੀ। ਹੁਣ ਆ ਜਾਓ ਜੀ ਅਗਲੇ ਪਾਸੇ। ਇੰਨਾ ਕੁ ਪਿਆਰ ਹੈ, ਜਦੋਂ ਦੇਖਦੀ ਹੈ ਵੀ ਮੇਰੇ ਭਰਾ ਦਾ ਤੇ ਸੁਭਾਅ ਹੈ ਵੰਡਣਾ,
ਵੈਸੇ ਇੱਕ ਮੈਂ ਗੱਲ ਕਹਾਂ, ਅੱਜ ਮੇਰਾ ਬਾਪੂ ਵੀ ਮੈਨੂੰ ਕੁਝ ਵੰਡ ਕੇ ਦੇਵੇ ਵੀ ਆਹ ਤੇਰਾ ਹਿੱਸਾ, ਆਹ ਤੇਰੇ ਭਰਾ ਦਾ ਹਿੱਸਾ, ਆਹ ਇੱਕ ਹਿੱਸਾ ਮੇਰਾ, ਤੇ ਮੈਂ ਵੀ ਉਹ ਚੌਂਕ ਦੇ ਵਿੱਚ ਲੰਗਰ ਲਾ ਦਿਆਂ ਤੇ ਬਾਪੂ ਤੇ ਮੇਰਾ ਵੀ ਅੱਖਾਂ ਤੇ ਕੱਢੇਗਾ ਨਾ ਕੋ ਸਤਨਾਮ ਸ੍ਰੀ। ਮਾਪੇ ਕਹਿੰਦੇ ਵੀ ਪੈਸਾ ਕਮਾਉਣਾ ਵੀ ਇੱਕ ਆਰਟ ਹੈ, ਪੈਸਾ ਵਰਤਣਾ ਵੀ ਇੱਕ ਆਰਟ ਹੈ, ਤੇ ਤੈਨੂੰ ਕਿਹਨੇ ਕਹਿ ਦਿੱਤਾ ਵੀ ਲੰਗਰ ਲਾ? ਪਰ ਭੈਣ ਤੇ ਸੁਭਾਅ ਤੋਂ ਜਾਣੂ ਹੈ ਵੀ ਮੇਰੇ ਭਰਾ ਦੀ ਫਿਦਰਤ ਹੈ ਵੰਡਣਾ। ਤੇ ਇੱਕ ਮੈਂ ਬੇਨਤੀ ਕਰਦੇ ਹਾਂ, ਜਿਨ੍ਹਾਂ ਨੂੰ ਵੰਡਣ ਦੀ ਆਦਤ ਪੈ ਜਾਵੇ ਉਹ ਕਦੀ ਮੰਗ ਨਹੀਂ ਸਕਦੇ, ਤੇ ਜਿਨ੍ਹਾਂ ਨੂੰ ਮੰਗਣ ਦੀ ਆਦਤ ਪੈ ਜਾਵੇ ਉਹ ਕਦੀ ਕਰਕੇ ਨਹੀਂ ਦਿਖਾ ਸਕਦੇ। ਕਦੀ ਪ੍ਰੈਕਟੀਕਲ ਕਰਕੇ ਵੇਖਿਆ ਜੇ ਕਿਸੇ ਮੰਗਤੇ ਨੂੰ ਕਹਿਣਾ, ਜਿਹੜਾ ਕਹਿੰਦਾ ਜੀ 2 ਵਕਤ ਦੀ ਰੋਟੀ ਦੇ ਦਿਓ, ਕਦੀ ਪ੍ਰੈਕਟੀਕਲ ਤੇ ਕਰਕੇ ਵੇਖੋ ਤੁਸੀਂ। ਜਿਹੜੇ ਤੁਹਾਡੇ ਕੋਲ ਮੰਗਦੇ ਨੇ, ਉਹ ਭਾਵੇਂ ਬੱਚੀ ਹੋਵੇ ਭਾਵੇਂ ਬੱਚਾ ਹੋਵੇ, ਉਹਨੂੰ ਕਹੋ ਵੀ ਆਓ ਮੈਂ ਤੈਨੂੰ ਆਪਣੇ ਘਰ ਵਿੱਚ ਲੈ ਕੇ ਜਾਣਾ ਵਾਂ, ਮੈਨੂੰ ਤੇਰੇ ਜਿੱਡੇ ਬੱਚੇ ਦੀ ਜ਼ਰੂਰਤ ਹੈ, ਤੈਨੂੰ ਰੋਟੀ ਵੀ ਦਿਆਂਗੇ, ਤੈਨੂੰ ਕੱਪੜਾ ਵੀ ਦਿਆਂਗੇ, 1000 ਰੁਪਈਆ ਤਨਖਾਹ ਵੀ ਦਿਆਂਗੇ। ਉਹ ਤੁਹਾਡੀ ਗੱਡੀ ਛੱਡ ਕੇ ਦੂਜੀ ਗੱਡੀ ਦੇ ਕੋਲ ਚਲਾ ਜਾਵੇਗਾ। ਤਜਰਬਾ ਕਰਿਆ ਜੇ ਕਦੇ ਵੀ, ਕਿਉਂਕਿ ਜਿਨ੍ਹਾਂ ਨੂੰ ਮੰਗ ਕੇ ਖਾਣ ਦੀ ਆਦਤ ਪੈ ਗਈ ਉਹ ਕਰਕੇ ਨਹੀਂ ਖਾ ਸਕਦੇ, ਤੇ ਜਿਨ੍ਹਾਂ ਨੂੰ ਕਰਕੇ ਖਾਣ ਦੀ ਆਦਤ ਹੈ ਉਹ ਕਦੀ ਮੰਗ ਨਹੀਂ ਸਕਦੇ। ਮੇਰਾ ਮੰਨਣਾ ਇਹ ਹੈ ਵੀ ਦੇਣ ਵਾਲਾ ਹੱਥ ਉੱਚਾ ਹੁੰਦਾ ਹੈ ਤੇ ਲੈਣ ਵਾਲਾ ਹੱਥ ਹਮੇਸ਼ਾ ਨੀਵਾਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੀ ਤਜਰਬਾ ਕਰਿਆ ਜੇ, ਦੇਣ ਵਾਲਾ ਹੱਥ ਉੱਚਾ ਹੁੰਦਾ ਹੈ ਤੇ ਲੈਣ ਵਾਲਾ ਹੱਥ ਹਮੇਸ਼ਾ ਨੀਵਾਂ ਹੁੰਦਾ ਹੈ। ਭੈਣ ਨੂੰ ਪਤਾ ਵੀ ਮੇਰੇ ਭਰਾ ਦੀ ਫਿਦਰਤ ਹੈ ਵੰਡਣਾ, ਉਹ ਵੰਡਣ ਦੇ ਵਿੱਚ ਸੰਕੋਚ ਨਹੀਂ ਕਰਦਾ, ਕਿਉਂਕਿ ਰੱਬ ਤੇ ਰੱਬ ਦੇ ਪਿਆਰਿਆਂ ਦਾ ਸੁਭਾਅ ਇੱਕੋ ਜਿਹਾ ਹੋ ਜਾਂਦਾ। ਰੱਬ ਦਾ ਸੁਭਾਅ ਕੀ ਹੈ? ਆ ਮੇਰੇ ਨਾਲ ਗੁਰਬਾਣੀ ਦੀ ਤੁਕ ਪੜਿਆ ਜੇ, ਹਰ ਕੀਆਂ ਸਦਾ ਸਦਾ ਵਡਿਆਈਆਂ। ਬੋਲੋ, ਆਵਾਜ਼ ਕੱਢੋ ਨਾ ਮਾੜੀ ਜੀ, ਬੋਲੋ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਰੱਬ ਦੀਆਂ ਵਡਿਆਈਆਂ ਤੇ ਬੜੀਆਂ ਨੇ, ਪਰ ਉਹਨਾਂ ਵਡਿਆਈਆਂ ਵਿੱਚੋਂ ਇੱਕ ਇਹ ਵਡਿਆਈ ਹੈ, ਉਹ ਦੇ ਕੇ ਕਦੀ ਪਛਤਾਉਂਦਾ ਨਹੀਂ, ਤੇ ਅਸੀਂ ਦੇ ਕੇ ਦਿਲ ਤੇ ਲਾ ਲੈਂਦੇ ਹਾਂ। ਆਖੋ ਸਤਨਾਮ ਸ੍ਰੀ। ਮੈਂ ਕਹਿੰਦਾ ਤਜਰਬਾ ਕਰਕੇ ਵੇਖਿਆ ਜੇ, ਗਿਆਨੀ ਜੀ ਹੋਰੀ ਵੀ ਇੱਥੇ ਬੈਠੇ ਨੇ, ਹੋ ਸਕਦਾ ਹੈ ਤੁਹਾਨੂੰ ਖੁੱਲ੍ਹ ਕੇ ਗੱਲ ਨਾ ਕਰਨ, ਪਰ ਮੈਂ ਤੇ ਕਰ ਦਿਆਂਗਾ ਨਾ, ਕਿਉਂਕਿ ਕਈ ਵਾਰੀ ਡਿਊਟੀ ਦਾ 100 ਤਰ੍ਹਾਂ ਦਾ ਹੁੰਦਾ ਆ। ਮੈਂ ਤੇ ਫਰੀ ਬੰਦਾ ਮੈਂ ਤੇ ਬੇਨਤੀ ਕਰ ਦਿਆਂਗਾ। ਛੋਟੀ ਜੀ ਵਿਚਾਰ ਲਿਆ ਤੇ ਜੇ ਕਿਸੇ ਨੇ ਅਰਦਾਸ ਵਾਸਤੇ 100 ਰੁਪਈਆ ਫੜਾਇਆ ਹੋਵੇ ਤੇ ਗਿਆਨੀ ਜੀ ਕੋਲੋਂ ਕਿਤੇ ਨਾਮ ਨਾ ਬੋਲਿਆ ਜਾਵੇ, ਅਗਲੇ ਹੁਕਮਨਾਮਾ ਨਹੀਂ ਲੈਣ ਦਿੰਦੇ, ਪਿੱਛੋਂ ਜਾ ਕੇ ਬਾਂਹ ਫੜ ਦਿੰਦੇ, ਬਾਬਾ ਜੀ 100 ਰੁਪਈਆ ਦਿੱਤਾ ਸੀ, ਮੇਰਾ ਨਾਮ ਹੀ ਨਹੀਂ ਬੋਲਿਆ ਗਿਆ। ਬਾਬਾ ਜੀ ਆ ਕੀ ਹੋ ਗਿਆ, ਮੇਰਾ ਨਾਮ ਛੱਡ ਕਿਉਂ ਦਿੱਤਾ? ਮੈਂ ਕਹਿੰਦਾ ਦੁਬਾਰਾ ਅਰਦਾਸ ਕਰਵਾਉਣ ਤੇ ਆ ਜਾਂਦੇ ਆ। ਅਸੀਂ 100 ਰੁਪਈਆ ਦੇ ਕੇ ਵੀ ਦਿਲ ਤੇ ਲਾ ਲੈਂਦੇ ਆ, ਪਰ ਉਹ ਪ੍ਰਮਾਤਮਾ ਦੀਆਂ ਵਡਿਆਈਆਂ ਦੇਖੋ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਇਓ। ਦੇ ਕੇ ਪਛਤਾਉਂਦਾ ਨਹੀਂ, ਖੁੱਲੇ ਗੱਫੇ ਦੇ ਦਿੰਦਾ, ਕਹਿੰਦਾ ਲੈ ਪੁੱਤ ਤੈਨੂੰ ਦਿੱਤੇ, ਇੱਜ਼ਤਾਂ ਦਿੱਤੀਆਂ, ਮਾਨ ਸਨਮਾਨ ਦਿੱਤਾ, ਕੀ ਕੁਛ ਦਿੱਤਾ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ, ਇੰਨਾ ਕੁਛ ਉਸ ਪਰਮਾਤਮਾ ਨੇ ਦਿੱਤਾ ਤੇ ਖੁੱਲੇ ਗੱਫੇ ਵਰਤਾਏ, ਉਹਨੇ ਤੇ ਦਿਲ ਤੇ ਨਹੀਂ ਲਾਇਆ। ਤੇ ਅਸੀਂ ਕਿਸੇ ਦਾ ਮਾੜਾ ਜਿਹਾ ਭਲਾ ਕਰ ਦਈਏ ਨਾ, ਤੇ ਜੇ ਕਿਤੇ ਬੰਦਾ ਲਾਗੋਂ ਦੀ ਲੰਘ ਜਾਵੇ ਤੇ ਸਾਰਾ ਦਿਨ ਸਾਡੇ ਮੱਥੇ ਤੋਂ ਤਿਉੜੀ ਨਹੀਂ ਲੈਂਦੀ। ਪਤਾ ਕੀ ਕਹਿੰਦੇ ਆ, ਮੈਂ ਇਹਦੇ ਬੱਚੇ ਦੀ ਫੀਸ ਤਾਰੀ, ਇਹ ਮੇਰੇ ਕੋਲੋਂ ਬਿਨਾਂ ਫਤਿਹ ਬੁਲਾਏ ਲੰਘ ਕਿਵੇਂ ਗਿਆ? ਤਾਂ ਹੀ ਸਿਆਣੇ ਕਹਿੰਦੇ ਹੁੰਦੇ ਸੀ, ਨੇਕੀ ਕਰ ਕੂਏ ਮੇ ਡਾਲ, ਵੀ ਜੇ ਭਲਾ ਕੀਤਾ ਹੈ ਨਾ ਤੇ ਗੱਲ ਖੂਹ ਦੇ ਵਿੱਚ ਪਾ, ਤੈਨੂੰ ਚੇਤਾ ਹੀ ਨਾ ਰਵੇ। ਆਖੋ ਸਤਨਾਮ ਸ੍ਰੀ। ਪਰ ਅਸੀਂ ਉਹ ਚੀਜ਼ਾਂ ਨਹੀਂ, ਅਸੀਂ ਦਿਲ ਤੇ ਲਾ ਦਿੰਦੇ ਹਾਂ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ, ਮੇਰੇ ਗੁਰੂ ਨਾਨਕ ਦਾ ਸੁਭਾਅ ਉਸ ਰੱਬ ਵਰਗਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੰਡਦੇ ਨੇ, ਬਾਪੂ ਦਿਲ ਤੇ ਨਹੀਂ ਲਾਉਂਦਾ। ਆ ਸੁਣਿਆ ਜੇ ਸਾਰੇ, ਬਾਪੂ ਦਿਲ ਤੇ ਨਹੀਂ ਲਾਉਂਦਾ। ਭੈਣ ਨੂੰ ਤੇ ਪਤਾ ਹੈ, ਭੈਣ ਨੇ ਆਪਣੇ ਕੋਲ ਸੱਦ ਲਿਆ। ਮੈਂ ਸਿਰਫ ਇਤਿਹਾਸ ਨੂੰ ਚਾਨਣ ਵਿੱਚੋਂ ਵੇਖਣ ਦੀ ਗੱਲ ਕਰਦਾ ਵਾਂ, ਤੇ ਮੈਂ ਬੜਾ ਹੈਰਾਨ ਹੋ ਜਾਂਦਾ ਵਾਂ। ਉਹ ਬੇਬੇ ਨਾਨਕੀ ਜਿਹੜੀ ਗੁਰੂ ਨਾਨਕ ਵਿਚਾਰਧਾਰਾ ਨੂੰ ਸਮਝਣ ਵਾਲੀ ਪਹਿਲੀ ਸਿੱਖ ਬੀਬੀ ਹੈ, ਉਹ ਬੇਬੇ ਨਾਨਕੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾ ਚੁੱਕੀ ਹੈ। ਹਨੇਰੇ ਦੇ ਰਾਹੀਆਂ ਨੇ ਉਸ ਬੇਬੇ ਨਾਨਕੀ ਨਾਲ ਬੜੀ ਵੱਡੀ ਮਨਮਤ ਦੀ ਇੱਕ ਘਟਨਾ ਜੋੜ ਦਿੱਤੀ। ਕਿਹੜੀ? ਸਾਰੇ ਸੁਣਿਆ ਜੇ। ਜਦੋਂ ਰੱਖੜੀ ਦੇ ਦਿਨ ਆਉਂਦੇ ਨੇ, ਆਖੋ ਸਤਨਾਮ ਸ੍ਰੀ। ਹੁਣ ਕਈਆਂ ਨੇ ਕਹਿਣਾ ਜੀ ਇਹੋ ਜਿਹਾ ਪ੍ਰਚਾਰ ਜਿਹੜਾ ਨਾ, ਸਾਡੀ ਤੇ ਸੰਗਤ ਟੁੱਟਦੀ ਹੈ। ਇੱਕ ਹੱਥ ਜੋੜ ਕੇ ਬੇਨਤੀ ਕਰਾਂ, ਦੇਖੋ ਮੈਂ ਨਾਲ ਹੀ ਅਰਜ਼ ਕਰ ਦੇਣਾ, ਮੈਂ ਜਿਸ ਧਰਮ ਦੇ ਵਿੱਚ ਪ੍ਰਮਾਣ ਹੈ ਉਹ ਕਰੋ। ਆ ਤੇ ਹੁਣ ਤੇ ਠੀਕ ਹੈ ਨਾ ਜੀ, ਬੋਲੋ, ਜਿਸ ਧਰਮ ਦੇ ਵਿੱਚ ਭੈਣੋ ਪ੍ਰਮਾਣ ਹੈ ਉਹ ਕਰੋ, ਜੀ ਸਦਕੇ ਕਰੋ, ਜਮ ਜਮ ਕਰੋ। ਪਰ ਮੈਂ ਸਿੱਖ ਭਰਾਵਾਂ ਨੂੰ ਇੱਕ ਬੇਨਤੀ ਕਰਾਂਗਾ ਵੀ ਤੁਹਾਡੇ ਵਿੱਚ ਇਹੋ ਜਿਹੀ ਕੋਈ ਮਰਿਆਦਾ ਨਹੀਂ ਸੀ। ਹੁਣ ਇੱਕ ਆਮ ਕਰਕੇ ਜਦੋਂ ਮੈਂ ਕਹਿ ਦਿੰਦਾ ਵਾਂ ਵੀ ਭਾਈ ਜਿਸ ਧਰਮ ਦੇ ਵਿੱਚ ਆ ਕਰੋ, ਸਿੱਖਾਂ ਦੇ ਵਿੱਚ ਨਹੀਂ, ਤੇ ਪਤਾ ਮੈਨੂੰ ਕੀ ਕਹਿੰਦੇ ਨੇ? ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਦੇ ਗੁੱਟ ਤੇ ਰੱਖੜੀ ਬੰਨੀ। ਆਖੋ ਸਤਨਾਮ ਸ੍ਰੀ। ਤੇ ਤਸਵੀਰ ਤੁਹਾਨੂੰ ਦੇ ਦਿੰਦੇ ਆ, ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਦੇ ਵਿੱਚੋਂ ਸੋਨੇ ਦੀਆਂ ਮੋਹਰਾਂ ਡਿੱਗਦੀਆਂ ਪਈਆਂ ਨੇ। ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਤਸਵੀਰ ਬਣਾਈ ਕਿਹਨਾਂ ਨੇ? ਆਖੋ ਸਤਨਾਮ ਸ੍ਰੀ। ਆਪਣੇ ਇਤਿਹਾਸ ਨੂੰ ਚਾਨਣ ਦੇ ਵਿੱਚ ਵੇਖੋ, ਤਸਵੀਰਾਂ ਕਿਸ ਨੇ ਬਣਾਈਆਂ ਨੇ? ਜਿਨ੍ਹਾਂ ਦੀ ਦੁਕਾਨਦਾਰੀ ਚੱਲਣੀ ਹੈ ਉਹਨਾਂ ਨੇ ਤਸਵੀਰਾਂ ਵੀ ਬਣਾਤੀਆਂ,
ਜਿਨ੍ਹਾਂ ਦੇ ਹੁਣ ਨਗਾਂ ਨਾਲ ਕੰਮ ਚੱਲਣਾ ਉਹਨਾਂ ਨੇ ਨਗ ਵੀ ਬਣਾ ਛੱਡਿਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਾਰੇ ਸੁਣਿਆ ਜੇ ਮੇਰੀ ਬੇਨਤੀ, ਮੈਂ ਕਿੱਥੇ ਅਰਜ਼ ਕਰਨੀ ਚਾਹੁੰਦਾ ਮੈਂ। ਕਮਾਲ ਦੀ ਗੱਲ, ਉਹ ਤਸਵੀਰ ਮੈਨੂੰ ਭੇਜਦੇ ਨੇ, ਮੈਂ ਤਸਵੀਰ ਨੂੰ ਦੇਖਦਾ ਵਾਂ, ਫਿਰ ਮੈਂ ਦੁਨੀਆ ਨੂੰ ਕਹਿਣਾ ਹੁੰਦਾ ਵੀ ਉਹ ਬੇਬੇ ਨਾਨਕੀ ਦੀ ਉਹ ਤਸਵੀਰ ਕਿਉਂ ਨਹੀਂ ਬਣੀ ਜਿਹਦੇ ਵਿੱਚ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਰਬਾਬ ਫੜਾਉਂਦੀ ਪਈ ਹੈ। ਆਖੋ ਸਤਨਾਮ ਸ੍ਰੀ। ਆ ਕੌੜਾ ਸੱਚ ਹੈ, ਇਹ ਕੌੜਾ ਸੱਚ ਹੈ, ਇਹ ਤੁਹਾਡੇ ਤੋਂ ਲੁਕੋਇਆ ਗਿਆ, ਇਹ ਤੁਹਾਨੂੰ ਦੱਸਿਆ ਨਹੀਂ ਗਿਆ। ਬੇਬੇ ਨਾਨਕੀ ਕੌਣ ਹੈ? ਬੇਬੇ ਨਾਨਕੀ ਬੜੀ ਵੱਡੀ ਸੋਚ ਦੀ ਮਾਲਕ ਹੈ। ਬੇਬੇ ਨਾਨਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਝਣ ਵਾਲੀ ਪਹਿਲੀ ਸਿੱਖ ਬੀਬੀ ਹੈ। ਪਰ ਬਦਕਿਸਮਤੀ ਉਸ ਬੇਬੇ ਨਾਨਕੀ ਨਾਲ ਕਿਹੜੀ ਘਟਨਾ ਨੂੰ ਜੋੜ ਛੱਡਿਆ? ਪਤਾ ਕਿਹੜੀ ਘਟਨਾ ਜੋੜੀ ਜੀ? ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਗੁੱਟ ਤੇ ਰੱਖੜੀ ਬੰਨ੍ਹਦੇ ਪਏ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਹੱਥਾਂ ਦੇ ਵਿੱਚੋਂ ਸੋਨੇ ਦੀਆਂ ਮੋਹਰਾਂ ਡਿੱਗਦੀਆਂ ਪਈਆਂ ਨੇ। ਤਸਵੀਰਾਂ ਬਣਾਈਆਂ, ਤਸਵੀਰਾਂ ਵੇਚ ਦਿੱਤੀਆਂ। ਮੈਂ ਤੇ ਕਈਆਂ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਜਦੋਂ ਤਸਵੀਰਾਂ ਦੇਖੀਆਂ ਉਹ ਵਿਕਦੀਆਂ, ਮੈਂ ਤਸਵੀਰ ਚੱਕੀ, ਮੈਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੋਲੇ ਚਲਾ ਜਾਂਦਾ ਵਾਂ। ਮੈਨੂੰ ਤੇ ਕੋਈ ਡਰ ਨਹੀਂ ਨਾ, ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਖੌਫ ਲੈ ਕੇ ਚੱਲਦਾ ਵਾਂ। ਮੈਂ ਤੇ ਇੱਕ ਚੀਜ਼ ਨੂੰ ਸਮਝ ਚੁੱਕਾ ਵਾਂ ਵੀ ਕਿਤੇ ਨਾ ਕਿਤੇ ਮੌਤ ਮੇਰਾ ਇੰਤਜ਼ਾਰ ਕਰਦੀ ਹੈ। ਹੁਣ ਉਹ ਡਰ ਖਤਮ ਹੋ ਚੁੱਕਾ ਹੈ। ਇੱਕ ਛੋਟੀ ਜੀ ਅਰਜ਼ ਕਰਦਾ ਮੈਂ ਤਸਵੀਰ ਚੁੱਕਦਾ ਮੈਂ ਜਦੋਂ ਕਿਸੇ ਮੈਨੇਜਰ ਕੋਲੇ ਚਲਾ ਜਾਂਦਾ ਮੈਂ ਕਹਿੰਦਾ ਭਾਈ ਸਾਹਿਬ ਗੁਰੂ ਘਰ ਦੇ ਬਾਹਰ ਖਾਸ ਕਰਕੇ ਜਿਹੜੀਆਂ ਦੁਕਾਨਾਂ ਗੁਰੂ ਘਰ ਨੇ ਠੇਕੇ ਤੇ ਦਿੱਤੀਆਂ ਨੇ, ਇਹਨਾਂ ਦੁਕਾਨਾਂ ਤੇ ਮਨਮਤ ਦਾ ਪ੍ਰਚਾਰ ਕਿਉਂ ਹੋ ਰਿਹਾ, ਇਹ ਤਸਵੀਰਾਂ ਕਿਉਂ? ਤੇ ਮੈਨੂੰ ਜਵਾਬ ਪਤਾ ਕੀ ਮਿਲਦਾ ਹੈ? ਭਾਜੀ ਠੇਕਾ ਭਰਦੇ ਨੇ ਉਹ ਤੇ ਫਿਰ ਵੇਚਣਗੇ ਨਾ, ਉਹ ਫਿਰ ਕੀ ਕਰਨਗੇ? ਜੇ ਵੇਚਣਗੇ ਨਾ ਤੇ ਫਿਰ ਸਾਨੂੰ ਠੇਕਾ ਕਿਵੇਂ ਭਰਨਗੇ? ਤੇ ਜੇ ਕੱਲ ਨੂੰ ਕੋਈ ਫੀਮ ਵੇਚਣ ਲੱਗ ਪਿਆ ਫਿਰ ਕੀ ਕਵਾਂਗੇ? ਆਖੋ ਸਤਨਾਮ ਸ੍ਰੀ। ਹੁਣ ਦੇਖੋ ਵੀ ਇਹ ਚੀਜ਼ਾਂ ਨਸ਼ੇ ਤੋਂ ਵੀ ਵੱਧ ਖਤਰਨਾਕ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿਵੇਂ ਸਿੱਖ ਸਾਈਕੀ ਦਾ ਨੁਕਸਾਨ ਕਰਦੀਆਂ ਨੇ। ਜਦੋਂ ਕੋਈ ਬੱਚਾ ਦੇਖੇਗਾ ਵੀ ਇਹ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਵਿਕਦੀਆਂ ਪਈਆਂ ਨੇ, ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਗੁੱਟ ਤੇ ਰੱਖੜੀ ਬੰਨ੍ਹਦੇ ਪਏ ਨੇ, ਉਹ ਬੱਚਾ ਸੋਚੇਗਾ ਹਾਂ ਇਹ ਤੇ ਸਾਡਾ ਆਪਣਾ ਹੀ ਤਿਉਹਾਰ ਹੈ। ਆਖੋ ਸਤਨਾਮ ਸ੍ਰੀ। ਅੱਜ ਮੈਂ ਜਿੰਨੀਆਂ ਭੈਣਾਂ ਤੇ ਵੀਰ ਬੈਠੇ ਨੇ ਇੱਕ ਸਵਾਲ ਕਰਾਂਗਾ, ਜੇ ਹੋ ਸਕੇ ਤੇ ਕਥਾ ਤੋਂ ਬਾਅਦ ਮੈਨੂੰ ਜਵਾਬ ਜ਼ਰੂਰ ਦਿਆ ਜੇ। ਮੈਂ 15 ਕੁ ਮਿੰਟ ਇੱਥੇ ਰਹਾਂਗਾ, ਮੈਂ ਤੁਹਾਡੇ ਜਵਾਬ ਦੀ ਉਡੀਕ ਕਰਾਂਗਾ। ਇੱਕ ਚੀਜ਼ ਨੋਟ ਕਰੋ, ਤੁਹਾਡੇ ਦੁਸ਼ਮਣ ਨੇ ਉਹ ਤੇ ਤਸਵੀਰਾਂ ਬਣਾਤੀਆਂ ਜਿਨ੍ਹਾਂ ਦੇ ਵਿੱਚੋਂ ਮਨਮਤ ਝਲਕਦੀ ਹੈ, ਪਰ ਤੁਹਾਡੇ ਦੁਸ਼ਮਣ ਨੇ ਉਹ ਤਸਵੀਰਾਂ ਕਿਉਂ ਨਹੀਂ ਬਣਾਈਆਂ ਜਿਨ੍ਹਾਂ ਵਿੱਚੋਂ ਤੁਹਾਡੀ ਬਹਾਦਰੀ ਝਲਕਦੀ ਹੈ? ਮੈਂ 2 ਉਦਾਹਰਨਾਂ ਦਿੰਦਾ ਮੈਂ। ਤੁਸੀਂ ਵਜ਼ੀਰ ਖਾਨ ਦੀਆਂ ਫੋਟੋਆਂ ਵੇਖੀਆਂ? ਸਰਹੰਦ ਤੇ ਲੱਗ ਗਈ ਹੈ। ਆਖੋ ਸਤਨਾਮ ਸ੍ਰੀ। ਸਰਹੰਦ ਤੇ ਤੁਹਾਡੇ ਤੋਂ 28-30 ਕਿਲੋਮੀਟਰ ਹੈ, ਜ਼ਿਆਦਾ ਤਾਂ ਨਹੀਂ ਨਾ। ਉਹ ਤਸਵੀਰਾਂ ਤੁਸੀਂ ਵੇਖੀਆਂ ਜਿਹਦੇ ਵਿੱਚ ਵਜ਼ੀਰ ਖਾਂ ਉਂਗਲ ਕਰਕੇ ਕਹਿ ਰਿਹਾ ਸਾਹਿਬਜ਼ਾਦਿਆਂ ਵੱਲ ਵੀ ਇਹਨਾਂ ਨੂੰ ਦੀਵਾਰਾਂ ਦੇ ਵਿੱਚ ਚਿਣ ਦਿਓ? ਤਸਵੀਰਾਂ ਵੇਖੀਆਂ? ਹੁਣ ਉਹ ਤਸਵੀਰਾਂ ਤੇ ਬਣ ਗਈਆਂ ਜਿਹਦੇ ਵਿੱਚ ਵਜ਼ੀਰ ਖਾਂ ਉਂਗਲ ਕਰਕੇ ਕਹਿ ਰਿਹਾ ਵੀ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣ ਦਿਓ, ਪਰ ਉਹ ਤਸਵੀਰਾਂ ਕਿਉਂ ਨਹੀਂ ਬਣੀਆਂ? ਤੁਹਾਡਾ ਵਿਰੋਧੀ, ਤੁਹਾਡਾ ਦੁਸ਼ਮਣ ਤਸਵੀਰਾਂ ਨਹੀਂ ਜੇ ਬਣਨ ਦਿੰਦਾ। ਹੁਣ ਬੇਬੇ ਨਾਨਕੀ ਕਿੱਡੀ ਮਹਾਨ ਬੀਬੀ ਹੈ ਤੇ ਬੇਬੇ ਨਾਨਕੀ ਨਾਲ ਮਨਮਤ ਦੀ ਘਟਨਾ ਕਿਹੜੀ ਜੋੜ ਦਿੱਤੀ ਵੀ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਗੁੱਟ ਤੇ ਰੱਖੜੀ ਬੰਨ੍ਹਦੇ ਪਏ ਨੇ। ਜਦ ਕਿ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਤੁਹਾਨੂੰ ਇਤਿਹਾਸ ਦੇ 2-3 ਪੱਖ ਦੱਸਦਾ ਮੈਂ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ, ਆਪਾਂ ਨੂੰ ਗੌਰ ਕਰਕੇ ਸੁਣਿਆ ਜੇ, ਕਿਉਂਕਿ 550 ਸਾਲਾ ਆ ਰਿਹਾ ਨਾ। ਹੁਣ ਕਿੰਨਾ ਆ ਰਿਹਾ ਜੀ? ਗੱਜ ਵੱਜ ਕੇ ਬੋਲੋ। ਤੁਹਾਡੇ ਵਿੱਚੋਂ ਹੀ ਨਾ ਬੜਿਆਂ ਨੇ ਲੰਗਰ ਵੀ ਲਾਉਣੇ ਨੇ, ਔਰ ਚੰਗੀ ਗੱਲ ਲਾਇਆ ਜੇ। ਮੈਂ ਤਾਂ ਕਹਿਣਾ ਲਾਇਆ ਜੇ, ਕੱਲ ਨੂੰ ਮੇਰੇ ਤੇ ਕੋਈ ਨਵੀਂ ਗੱਲ ਨਾ ਜੋੜ ਦਿਆ ਜੇ ਵੀ ਇਹ ਕਹਿੰਦਾ ਸੀ ਲੰਗਰ ਨਹੀਂ ਲਾਉਣੇ। ਲੰਗਰ ਲਾਓ, ਜਮ ਲਾਓ, ਪਰ ਕਿੰਨਾ ਚੰਗਾ ਹੋਵੇ। ਦੇਖੋ ਇਹ ਮੇਰੇ ਅੰਦਰ ਦਾ ਦਰਦ ਹੈ ਵੀ ਤੁਸੀਂ 550 ਸਾਲਾਂ ਦੇ ਉੱਪਰ ਦੁਨੀਆ ਨੂੰ ਦੱਸਣ ਦੇ ਵਿੱਚ ਸਫਲ ਹੋ ਜਾਵੋ ਕਿ ਗੁਰੂ ਨਾਨਕ ਦੀ ਸੋਚ ਕੀ ਹੈ ਤੇ ਗੁਰੂ ਨਾਨਕ ਦਾ ਸਿਧਾਂਤ ਕੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਚੀਜ਼ ਚੇਤੇ ਰੱਖਿਆ ਜੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਬਾਬਰ ਦੇ ਸਾਹਮਣੇ ਖਲੋ ਕੇ ਕਹਿਣਾ ਵੀ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਸੱਚ ਕਰਕੇ ਜਾਣਿਆ ਜੇ ਮੇਰਾ ਅੰਦਰ ਇਹ ਗੱਲ ਕਹਿੰਦਾ ਵੀ ਇਹਦੋਂ ਵੱਡੀ ਮਨੁੱਖੀ ਹੱਕਾਂ ਦੀ ਗੱਲ ਕੀ ਹੋ ਸਕਦੀ ਹੈ। ਆਖੋ ਸਤਨਾਮ ਸ੍ਰੀ। ਦੁਨੀਆ ਦੇ ਹੱਕ ਦੀ ਗੱਲ ਕੀਤੀ ਹੈ ਨਾ ਬਾਬਾ ਜੀ ਨੇ। ਪਾਪ ਕੀ ਜੰਜ ਲੈ ਕਾਬਲ ਹੋ ਧਾਇਆ ਜੋਰੀ ਮੰਗੇ ਦਾਨ ਬੇ ਲਾ ਲੋ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੱਲ ਕਹੀ। ਮੈਂ ਕਹਿੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਵੀ ਨਾ ਤੁਸੀਂ ਹਿਊਮਨ ਰਾਈਟਸ ਦੀ ਅੱਖ ਤੋਂ ਵੇਖੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕਹਿੰਦਾ ਮਨੁੱਖੀ ਹੱਕਾਂ ਦੇ ਲਈ ਆਪਣਾ ਆਪਾ ਕੁਰਬਾਨ ਕਰ ਦਿੱਤਾ। ਇਹਨੂੰ ਇਸ ਰੂਪ ਦੇ ਵਿੱਚ ਵੇਖੋ ਨਾ। ਅਸੀਂ ਕੱਲਾ ਤਿਲਕ ਤੇ ਜੰਜੂ ਨਾਲ ਜੋੜ ਕੇ ਵੇਖੀ ਤੁਰੇ ਜਾਂਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖੀ ਹੱਕਾਂ ਦੇ ਰਖਵਾਲੇ ਨੇ। ਹੁਣ ਬੜਾ ਧਿਆਨ ਦੇ ਕੇ ਸੁਣਿਆ ਜੇ, 550 ਸਾਲਾ ਆ ਰਿਹਾ, ਦੁਨੀਆ ਨੂੰ ਦੱਸ ਦਿਆ ਜੇ ਭਾਈ। ਕੀ ਦੱਸਿਆ ਜੇ ਦੁਨੀਆ ਨੂੰ? ਦੁਨੀਆ ਨੂੰ 2-3 ਚੀਜ਼ਾਂ ਦੱਸ ਦਿਆ ਜੇ, ਗੱਲ ਹੋਰ ਓਪਰੀ ਜੀ ਲੱਗੇਗੀ ਤੁਹਾਨੂੰ। ਦੁਨੀਆ ਨੂੰ ਦੱਸ ਦਿਆ ਜੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ
ਲੋਕਤੰਤਰ ਵੀ ਹੈ ਤੇ ਗੁਣਤੰਤਰ ਵੀ ਹੈ। ਕੀ ਹੈ ਜੀ? ਮੈਨੂੰ ਦੱਸੋ ਵੀ ਭਾਈ ਲਹਿਣਾ ਜੀ ਦੀ ਚੋਣ ਕਿਵੇਂ ਹੋਈ ਸੀ? ਵੋਟਾਂ ਨਾਲ? ਮੈਂ ਤੁਹਾਨੂੰ ਪੁੱਛਦਾ ਮੈਂ, ਭਾਈ ਲਹਿਣਾ ਜੀ ਦੀ ਚੋਣ ਕਿਵੇਂ ਹੋਈ ਸੀ? ਬੋਲੋ ਨਾ। ਵੋਟਾਂ ਨਾਲ ਹੋਈ ਸੀ? ਨਾ, ਭਾਈ ਲਹਿਣਾ ਜੀ ਦੀ ਚੋਣ ਗੁਣਤੰਤਰ ਨਾਲ ਹੋਈ ਸੀ। ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਇਹ ਗੁਣ ਨੇ। ਹੁਣ ਅਗਲੇ ਪਾਸੇ ਆ ਜਾਓ। ਇੱਕ ਹੈ ਲਾਲੋ ਤੇ ਇੱਕ ਹੈ ਭਾਗੋ। ਦੋ ਨਾਮ ਬੜੇ ਫੇਮਸ ਨੇ, ਸੁਣੇ ਜੀ? ਇੱਕ ਹੀ ਨਾਮ ਹੈ ਜੀ, ਹਾਂ, ਇੱਕ ਹੈ ਲਾਲੋ ਤੇ ਇੱਕ ਹੈ ਭਾਗੋ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਰੀ ਸਭਾ ਦੇ ਵਿੱਚ ਫੈਸਲਾ ਕੀਤਾ, ਤੇ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾ ਨਾ ਨਾ, ਇਹ ਫੈਸਲਾ ਵੋਟਾਂ ਦੇ ਨਾਲ ਹੋਵੇਗਾ, ਇਧਰੋਂ ਭਾਈ ਲਾਲੋ ਖਿਲਾਰ ਦਿਓ ਤੇ ਇਧਰੋਂ ਭਾਗੋ ਖਿਲਾਰ ਦਿਓ, ਤੇ ਵੋਟਾਂ ਪੈਣਗੀਆਂ, ਜਿਹਨੂੰ ਜ਼ਿਆਦੀਆਂ ਵੋਟਾਂ ਪੈ ਗਈਆਂ ਉਹ ਜਿੱਤ ਗਿਆ, ਉਹ ਸੱਚਾ। ਤੇ ਹੁਣ ਮੈਂ ਤੁਹਾਨੂੰ ਪੁੱਛਦਾ, ਮੈਂ ਸੱਚ ਦੱਸਿਆ ਜੇ ਆਪਣੇ ਅੰਦਰ ਨੂੰ ਪੁੱਛ ਕੇ ਵੀ ਵੱਧ ਵੋਟਾਂ ਕਿਹਨੂੰ ਪੈਂਦੀਆਂ? ਆਖੋ ਸਤਨਾਮ ਸ੍ਰੀ। ਹੁਣ ਗੱਲ ਕੌੜੀ ਹੋ ਗਈ ਨਾ। ਇਹੀ ਮਿੱਠਾ ਲੱਗਦਾ ਲੱਗਦਾ ਕੌੜਾ ਲੱਗਣ ਲੱਗ ਪੈਣਾ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ, ਪ੍ਰਬੰਧਕਾਂ ਨੂੰ। ਕਿਉਂ ਲੱਗੇਗਾ? ਮੈਂ ਤੁਹਾਨੂੰ ਪੁੱਛਦਾ, ਮੈਂ ਗੁਰੂ ਨਾਨਕ ਦੇ ਘਰ ਦੇ ਵਿੱਚ ਲੋਕਤੰਤਰ ਨਹੀਂ ਗੁਣਤੰਤਰ ਸੀ। ਗੁਣਾਂ ਦੇ ਆਧਾਰ ਦੇ ਉੱਪਰ ਬੰਦੇ ਦੀ ਚੋਣ ਕੀਤੀ ਜਾਂਦੀ ਸੀ। ਹੁਣ ਧਿਆਨ ਦਿਆ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇੱਧਰ ਹੈ ਲਾਲੋ ਤੇ ਇੱਧਰ ਹੈ ਭਾਗੋ, ਕੌਣ ਸੱਚਾ? ਇਹ ਫੈਸਲਾ ਲੋਕਾਂ ਦੀਆਂ ਵੋਟਾਂ ਕਰਨਗੀਆਂ। ਮੈਂ ਤੁਹਾਨੂੰ ਪੁੱਛਦਾ ਵਾਂ, ਸੱਚ ਬੋਲਿਆ ਜੇ ਆਪਣੇ ਅੰਦਰ ਨੂੰ ਪੁੱਛ ਕੇ ਦੱਸਣਾ, ਕੌਣ ਜਿੱਤਦਾ? ਮੈਨੂੰ ਲੱਗਦਾ ਵੀ ਭਾਗੋ ਜਿੱਤ ਜਾਣਾ ਸੀ, ਲਾਲੋ ਵਾਲਾ ਡੱਬਾ ਖਾਲੀ ਨਿਕਲਣਾ ਸੀ। ਪਤਾ ਕਿਉਂ? ਕਿਉਂਕਿ ਭਾਗੋ ਤਗੜਾ ਬੰਦਾ ਸੀ, ਉਹਨੇ ਜ਼ੋਰ ਅਜਮਾਇਸ਼ ਵੀ ਕਰਨੀ ਸੀ, ਉਹਨੇ ਧੱਕਾ ਵੀ ਕਰਨਾ ਸੀ, ਉਹਨੇ ਨਸ਼ਾ ਵੀ ਮੰਨਣਾ ਸੀ, ਉਹਨੇ ਰੁਪਈਆ ਵੀ ਮੰਨਣਾ ਸੀ ਕਿ ਨਹੀਂ? ਹੈ ਨਾ? ਤੇ ਫਿਰ ਧੱਕੇ ਨਾਲ ਉਹ ਲੈ ਜਾਂਦਾ ਵੋਟਾਂ, ਉਹ ਜਿੱਤ ਜਾਂਦਾ ਤੇ ਲਾਲੋ ਹਾਰ ਜਾਂਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੱਚ ਤੇ ਝੂਠ ਦਾ ਫੈਸਲਾ ਵੋਟਾਂ ਨਾਲ ਨਹੀਂ ਹੁੰਦਾ, ਸੱਚ ਤੇ ਝੂਠ ਦਾ ਫੈਸਲਾ ਤੁਹਾਡੇ ਵਿਵੇਕ ਨਾਲ ਹੁੰਦਾ। ਆਖੋ ਸਤਨਾਮ ਸ੍ਰੀ। ਜਿਸ ਵਿਵੇਕ ਨੂੰ ਅਸੀਂ ਸਿਰਫ ਭੋਜਨ ਖਾਣ ਤੱਕ, ਅੱਜ ਮੈਨੂੰ ਵੀ ਮਿਲਦੇ ਨੇ, ਕਹਿੰਦਾ ਜੀ ਮੈਂ ਵਿਵੇਕੀ ਸਿੰਘ ਹਾਂ, ਮੈਂ ਤੁਹਾਡੇ ਹੱਥ ਦਾ ਨਹੀਂ ਖਾਂਦਾ, ਮੈਂ ਫਲਾਣੇ ਦੇ ਹੱਥ ਦਾ ਨਹੀਂ ਖਾਂਦਾ, ਹੈ ਨਾ? ਧੰਨਵਾਦ ਜੀ, ਚੰਗੀ ਗੱਲ ਹੈ, ਤੁਸੀਂ ਵਿਵੇਕੀ ਸਿੰਘ ਹੋਵੋ, ਮੈਂ ਸਹਿਮਤ ਹਾਂ। ਪਰ ਵਿਵੇਕ ਕੀ ਹੈ? ਗੁਰਬਾਣੀ ਦੇ ਵਿੱਚੋਂ ਵੇਖੋ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦੇਖੋ, ਵਿਵੇਕ ਦਾ ਸੰਬੰਧ ਤੁਹਾਡੀ ਬੁੱਧ ਨਾਲ ਹੈ। ਦੀਜੈ ਬੁੱਧ ਵਿਵੇਕਾਂ। ਕਿਹੜਾ ਵਿਵੇਕ? ਵਿਵੇਕ ਦੇ ਅਰਥ ਨੇ ਸੱਚ ਤੇ ਝੂਠ ਦੀ ਪਛਾਣ ਆ ਜਾਣਾ, ਸਹੀ ਤੇ ਗਲਤ ਦਾ ਫੈਸਲਾ ਕਰਨ ਵਾਲੀ ਬੁੱਧ ਆ ਜਾਣੀ। ਤੇ ਇਹ ਵਿਵੇਕ ਦਾ ਸੰਬੰਧ ਕੱਲਾ ਤੁਹਾਡੇ ਭੋਜਨ ਨਾਲ ਨਹੀਂ, ਵਿਵੇਕ ਦਾ ਸੰਬੰਧ ਤੁਹਾਡੇ ਪਹਿਨਣ ਨਾਲ ਹੈ, ਵੀ ਕੀ ਪਹਿਨਣਾ ਤੇ ਕੀ ਨਹੀਂ ਪਹਿਨਣਾ, ਕੀ ਖਾਣਾ ਤੇ ਕੀ ਨਹੀਂ ਖਾਣਾ, ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ, ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਵਿਵੇਕ ਦਾ ਸੰਬੰਧ ਤੁਹਾਡੀ ਹਰ ਐਕਟੀਵਿਟੀ ਦੇ ਨਾਲ ਹੈ, ਨਾ ਕਿ ਕੱਲਾ ਤੁਹਾਡੇ ਭੋਜਨ ਦੇ ਨਾਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜਾ ਧਿਆਨ ਦਿਆ ਜੇ, ਆਪਾਂ ਰੋਜ਼ ਪੜ੍ਹਦੇ ਹਾਂ ਦੀਜੈ ਬੁੱਧ ਵਿਵੇਕਾ, ਤੇ ਸਾਹਿਬ ਜੀ ਕਹਿੰਦੇ ਵੀ ਦੇਖੋ, ਜੇ ਸੱਚ ਤੇ ਝੂਠ ਦਾ ਫੈਸਲਾ ਕਰਨਾ ਹੈ ਨਾ, ਤੇ ਇਹ ਵੋਟ ਨਾਲ ਨਹੀਂ ਹੋਣਾ, ਇਹ ਤੁਹਾਡੇ ਵਿਵੇਕ ਨਾਲ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਦੇਖੋ ਵੀ ਗੁਰੂ ਨਾਨਕ ਦੇ ਘਰ ਦੀ ਥਿਊਰੀ ਕਿੰਨੀ ਕੁ ਅਪਣਾਈ ਆਪਾਂ? ਨਹੀਂ ਅਪਣਾਈ ਨਾ। ਦੇਖ ਲਓ ਚਾਰ ਚਫੇਰੇ, SGPC ਦੇ ਇਲੈਕਸ਼ਨ ਨੇ, ਫਲਾਣੇ ਗੁਰਦੁਆਰੇ ਦੇ ਇਲੈਕਸ਼ਨ ਨੇ, ਹੋ ਰਿਹਾ ਕਿ ਨਹੀਂ ਹੋ ਰਿਹਾ? ਗੁਣਤੰਤਰ ਕਿੱਥੇ ਚਲਾ ਗਿਆ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਮੈਨੂੰ ਗੁਰੂ ਇਤਿਹਾਸ ਕਾਲ ਦੀ, ਆ ਭੈਣੋ ਸਾਰੇ ਮੇਰੇ ਵੀਰ ਭੈਣਾਂ ਸੁਣਿਆ ਜੇ, ਗੁਰੂ ਇਤਿਹਾਸ ਕਾਲ ਦੀ ਕੋਈ ਇੱਕ ਐਗਜ਼ਾਮਪਲ ਦਿਓ ਜਿਹਦੇ ਨਾਲ ਵੋਟਾਂ ਦੇ ਰਾਖੀ ਬੰਦੇ ਦੀ ਚੋਣ ਕੀਤੀ ਗਈ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਣਾਂ ਦੇ ਆਧਾਰ ਦੇ ਉੱਪਰ ਕੋਈ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੀ ਚੋਣ ਕੀਤੀ, ਕਿਵੇਂ ਕੀਤੀ? ਗੁਣਾਂ ਦੇ ਆਧਾਰ ਦੇ ਉੱਪਰ ਕੀਤੀ। ਤੇ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ, ਇੱਕ ਇਤਿਹਾਸ ਵਿੱਚ ਨਾਮ ਆਉਂਦਾ ਹੈ ਨਵਾਬ ਕਪੂਰ ਸਿੰਘ। ਕੀ ਨਾਮ ਆਉਂਦਾ ਹੈ? ਆਵਾਜ਼ ਕੱਢੋ ਨਾ, ਤੁਹਾਨੂੰ ਪਤਾ ਲੱਗੇ ਵੀ ਸਾਡਾ ਇਤਿਹਾਸ ਕੀ ਸੀ, ਅਸੀਂ ਕਿੱਡੇ ਵੱਡੇ ਵਿਰਸੇ ਦੇ ਮਾਲਕ ਸਾਂ। ਕੀ ਨਾਮ ਆਉਂਦਾ ਜੀ? ਨਵਾਬ ਕਪੂਰ ਸਿੰਘ। ਅਸਲ ਦੇ ਵਿੱਚ ਕਪੂਰ ਸਿੰਘ ਆਮ ਸਿੱਖ ਸੀ, ਜਿਹੜਾ ਸੰਗਤ ਦੇ ਵਿੱਚ ਪੱਖਾ ਫੇਰਨ ਦੀ ਸੇਵਾ ਕਰਦਾ ਸੀ। ਹਕੂਮਤ ਨੇ ਜਿਸ ਵੇਲੇ ਕਿਹਾ ਵੀ ਅਸੀਂ ਨਵਾਬੀ ਦੀ ਖਿਲਤ ਦੇਣੀ ਹੈ, ਅਸੀਂ ਤੁਹਾਡੇ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ, ਤੁਸੀਂ ਆਪਣੇ ਕਾਰਜ ਨੂੰ ਸਹੀ ਢੰਗ ਨਾਲ ਨਿਪਟਾਓ, ਸਰਕਾਰ ਤੁਹਾਡੇ ਕੰਮ ਦੇ ਵਿੱਚ ਅੜਿੱਕਾ ਨਹੀਂ ਪਾਵੇਗੀ, ਕਿਰਪਾ ਕਰਕੇ ਸਰਕਾਰੀ ਕੰਮਾਂ ਦੇ ਵਿੱਚ ਰੋੜਾ ਤੁਸੀਂ ਵੀ ਨਾ ਬਣੋ। ਤੇ ਉਸ ਵੇਲੇ ਜਦੋਂ 1 ਲੱਖ ਰੁਪਈਆ ਤੇ ਨਵਾਬੀ ਦੀ ਖਿਲਤ ਭੇਜੀ ਸੀ ਨਾ, ਤੇ ਉਹ ਪੋਸ਼ਾਕ ਜਦੋਂ ਪਾਉਣ ਦੀ ਗੱਲ ਚੱਲੀ, ਕਹਿੰਦੇ ਵੀ ਨਵਾਬ ਕਿਹਨੂੰ ਬਣਾਈਏ? ਆ ਸੁਣਿਆ ਜੇ, ਨਵਾਬ ਕਿਹਨੂੰ ਬਣਾਈਏ? ਅੱਜ ਤੇ ਮੈਂ ਕਹਿੰਦਾ ਇਤਰਾਜ਼ ਨਾ ਕਰਿਆ ਜੇ ਕੌੜੀ ਜੀ ਗੱਲ ਆਖਣ ਲੱਗਾ ਮੈਂ, ਜਿਹਨੂੰ ਵੇਖੋ ਉਹੀ ਜਥੇਦਾਰ ਹੈ, ਸੇਵਾਦਾਰ ਤੇ ਲੱਭਦੇ ਹੀ ਨਹੀਂ ਪਏ ਸਿੱਖਾਂ ਦੇ ਵਿੱਚ। ਸੱਚ ਹੈ ਨਾ ਜੀ? ਜਿਹਨੂੰ ਛੇੜ ਕੇ ਵੇਖੋ ਉਹੀ ਜਥੇਦਾਰ, ਪ੍ਰਧਾਨ। ਮੈਂ ਕਹਿੰਦਾ ਸੇਵਾਦਾਰ ਨਹੀਂ ਜੇ ਲੱਭਦੇ ਪਏ, ਇਹ ਹਕੀਕਤ ਜੀ ਅੱਜ ਦੀ। ਤੇ ਉਹ ਸਮਾਂ ਕੈਸਾ ਸੀ? ਉਹ ਸਮਾਂ ਪਤਾ ਕੈਸਾ ਸੀ?
ਜਦੋਂ ਕਹਿੰਦੇ ਨਵਾਬੀ ਦੇਣੀ, ਇੱਕ ਨੂੰ ਪੁੱਛਿਆ ਨਵਾਬੀ, ਕਹਿੰਦਾ ਮੈਂ ਨਹੀਂ ਲੈਂਦਾ ਨਵਾਬੀ। ਦੂਜੇ ਨੂੰ ਤੂੰ ਨਵਾਬੀ, ਕਹਿੰਦਾ ਮੈਂ ਨਵਾਬੀ ਕੀ ਕਰਨੀ ਹੈ, ਮੈਨੂੰ ਗੁਰੂ ਪਾਤਸ਼ਾਹ ਨੇ ਆਪ ਹੀ ਬਾਦਸ਼ਾਹ ਬਣਾਇਆ, ਅਸੀਂ ਕਿਸੇ ਦੀ ਦਿੱਤੀ ਪੁਸ਼ਾਕ ਕਿਉਂ ਪਾਈਏ। ਤੀਜੇ ਨੂੰ ਤੂੰ ਨਵਾਬੀ। ਤੇ ਜਦੋਂ ਆਈ ਨਾ ਵਾਰੀ, ਪੰਜਾਂ ਨੇ ਕਹਿਤਾ ਨਾ, ਕਹਿੰਦੇ ਫਿਰ ਜਿਹੜਾ ਸੇਵਾ ਕਰਦਾ ਅੱਜ ਉਹਨੂੰ ਨਵਾਬ ਬਣਾਉਣੇ ਆ। ਗੁਣਤੰਤਰ ਹੈ ਜੀ ਤੁਹਾਡਾ। ਕੀ ਹੈ ਜੀ? ਗੁਣਾਂ ਦੇ ਵਿੱਚੋਂ ਚੋਣ ਹੈ ਨਾ। ਗੁਣ ਕਿਹਦੇ ਵਿੱਚ ਹੈ? ਸੰਗਤ ਦੀ ਸੇਵਾ ਕੌਣ ਕਰਦਾ? ਕਹਿੰਦੇ ਜੀ ਉਹ ਨਵਾਬ ਵੈਗਰੂ ਕਪੂਰ ਸਿੰਘ ਪੱਖਾ ਫੇਰਨ ਦੀ ਸੇਵਾ ਕਰਦਾ। ਤੇ ਕਹਿੰਦੇ ਫਿਰ ਉਹਨੂੰ ਬੁਲਾਓ, ਆਪਾਂ ਨਵਾਬੀ ਉਹਨੂੰ ਦੇ ਦਈਏ। ਜਦੋਂ ਗੱਲ ਚੱਲੀ, ਕਹਿੰਦੇ ਜਨਾਬ ਤੁਸੀਂ ਸੰਗਤ ਦੀ ਸੇਵਾ ਕਰਦੇ ਹੋ ਤੇ ਗੁਣਤੰਤਰ ਦੇ ਰਾਖੀ ਤੁਹਾਡੇ ਗੁਣ ਦੀ ਚੋਣ ਕੀਤੀ ਗਈ ਹੈ ਤੇ ਅਸੀਂ ਤੁਹਾਨੂੰ ਦੇਣੀ ਹੈ ਨਵਾਬੀ। ਕਹਿੰਦੇ ਮੈਂ ਤੇ ਨਹੀਂ ਲੈਂਦਾ। ਕਹਿੰਦੇ ਪਰ ਜੇ 5 ਕਹਿਣਗੇ ਫਿਰ ਤੇ ਮੰਨਣਾ ਪਏਗਾ। ਕਹਿੰਦੇ ਜੇ 5 ਕਹਿੰਦੇ ਨੇ ਲੈ ਤੇ ਲੈਣਾ ਵਾ, ਪਰ ਇੱਕ ਸ਼ਰਤ ਹੈ ਮੇਰੀ। ਕਹਿੰਦੇ ਕਿਹੜੀ? ਕਹਿੰਦਾ ਇਹ ਨਵਾਬੀ ਪਹਿਲਾਂ 5 ਦੇ ਚਰਨਾਂ ਨੂੰ ਛੁਹਾਈ ਜਾਏਗੀ, ਫਿਰ ਇਹ ਪੁਸ਼ਾਕ ਮੈਂ ਆਪਣੇ ਗਲ ਪਾਵਾਂਗਾ। ਉਹ ਕਹਿੰਦੇ ਵੀ ਇਹਦਾ ਕੀ ਅਰਥ ਹੈ? ਕਹਿੰਦੇ ਵੀ ਜੇ ਕਿਤੇ ਕੱਲ ਨੂੰ ਨਵਾਬੀ ਮੇਰੇ ਸਿਰ ਨੂੰ ਚੜ ਜਾਵੇ, ਆਖੋ ਸਤਨਾਮ ਸ੍ਰੀ। ਉਹਦੇ ਚੜ ਜਾਂਦੇ ਆ ਨਾ ਜੀ ਦਿਮਾਗ ਨੂੰ। ਬੇਨਤੀ ਹੈ ਜੀ, ਸੱਚ ਬੋਲਿਆ ਜੇ। ਜਿਹੜੇ ਅਹੁਦੇ ਹੈ ਨਾ, ਕੋਈ ਵੀ ਅਹੁਦਾ ਹੋਵੇ, ਇਕੱਲਾ ਗੁਰਦੁਆਰਿਆਂ ਦਾ ਨਹੀਂ, ਸਾਰੇ ਅਹੁਦੇ ਚੜ ਜਾਂਦੇ ਆ ਨਾ ਦਿਮਾਗ ਨੂੰ। ਮੈਂ ਫਲਾਣਾ ਬੰਦਾ, ਮੈਂ ਫਲਾਣਾ ਅਫਸਰ। ਉਹ ਅਫਸਰਾਂ ਦੀ ਛੱਡੋ, ਇੱਥੇ ਅਫਸਰਾਂ ਦੇ ਡਰਾਈਵਰ ਨਹੀਂ ਮਾਣ ਜੀ, ਉਹ ਵੀ ਧਮਕੀਆਂ ਦੇਈ ਜਾਂਦੇ ਨੇ। ਅੱਜ ਕੱਲ੍ਹ WhatsApp ਤੇ ਬੜਾ ਕੁਝ ਚੱਲਦਾ ਪਿਆ ਹਕੀਕਤ 'ਚ। ਮੈਂ ਤੇ ਬੜਾ ਹੈਰਾਨ ਹੁੰਦਾ ਮੈਂ ਅਸਲ ਦੇ ਵਿੱਚ। ਜੇ ਸੰਗਤ ਨੇ ਤੁਹਾਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਨਾ, ਤੇ ਬੜਾ ਸੀਰੀਅਸ ਹੋ ਕੇ ਚੱਲਿਆ ਜੇ, ਕਦਮ ਫੂਕ ਫੂਕ ਕੇ ਪੁੱਟਿਆ ਜੇ। ਇਹ ਸੋਚੋ ਵੀ ਸੰਗਤ ਨੇ ਮੈਨੂੰ ਇੱਕ ਹੋਰ ਜ਼ਿੰਮੇਵਾਰੀ ਬਖਸ਼ੀ ਹੈ ਤੇ ਮੈਂ ਉਸ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਾਲ ਕੀ ਨਿਭਾਵਾਂਗਾ। ਪਰ ਬਦਕਿਸਮਤੀ ਕੀ ਅਸੀਂ ਚੌੜੇ ਹੋ ਗਏ। ਉਹ ਕਹਿੰਦੇ ਜੇ ਕਿਤੇ ਕੱਲ ਨੂੰ ਨਵਾਬੀ ਮੇਰੇ ਸਿਰ ਨੂੰ ਚੜੀ ਹੋਵੇ ਤੇ ਮੇਰੇ ਮਨ 'ਤੇ ਖਿਆਲ ਆਵੇਗਾ ਕਿਹੜੀ ਨਵਾਬੀ ਦੀ ਗੱਲ ਕਰਦਾ ਜਿਹਨੂੰ 5 ਨੇ ਠੋਕਰ ਮਾਰੀ ਹੈ। ਕਹਿੰਦੇ ਨਵਾਬੀ ਵਾਲਾ ਭੂਤ ਆਪਣੇ ਆਪ ਥੱਲੇ ਆ ਜਾਏਗਾ। ਇਸ ਕਰਕੇ ਬੇਨਤੀ ਹੈ ਜੀ, 5 ਸਿੰਘ ਪੈਰਾਂ ਨੂੰ ਛੁਹਾ ਲੈਣ, ਆਖੋ ਸਤਨਾਮ ਸ੍ਰੀ। ਇਹ ਕੀ ਹੈ? ਗੁਣਤੰਤਰ ਸੀ। ਗੁਣਤੰਤਰ ਹੈ ਨਾ। ਇਤਿਹਾਸ ਦੇ ਵਿੱਚੋਂ ਤੁਹਾਡੇ ਅੱਗੇ ਉਦਾਹਰਨ ਦਿੱਤੀ ਹੈ ਮੈਂ, ਔਰ ਇਸ ਉਦਾਹਰਨ ਨੂੰ ਚੰਗੀ ਤਰ੍ਹਾਂ ਸਮਝਣਾ। ਗੁਰੂ ਨਾਨਕ ਦੇ ਘਰ ਦੇ ਵਿੱਚ ਸੀ ਗੁਣਤੰਤਰ। ਗੁਣਾਂ ਦੇ ਆਧਾਰ ਦੇ ਉੱਪਰ ਬੰਦੇ ਦੀ ਚੋਣ ਕਰਨੀ, ਤੇ ਗੁਣਾਂ ਦੇ ਆਧਾਰ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਚੋਣ ਕੀਤੀ ਸੀ ਭਾਈ ਲਾਲੋ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਨਾਨਕ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ ਆ ਨਾ, ਤੇ ਮੈਨੂੰ ਘਟਨਾ ਬੜਾ ਪ੍ਰਭਾਵਿਤ ਕਰਦੀ ਹੈ। ਮੈਂ ਤਾਂ ਕਹਿੰਦਾ ਵੀ ਇਤਿਹਾਸ ਨੂੰ ਚਾਨਣ ਦੇ। ਨਾਨਕੀ ਕੋਲੋਂ ਮਾਇਆ ਲੈ ਕੇ ਨਾ ਤੇ ਨਵੀਂ ਰਬਾਬ ਲੈ ਲਓ। ਭੈਣ ਨਾਨਕੀ ਕੋਲ ਭਾਈ ਮਰਦਾਨਾ ਜੀ ਗਏ ਨੇ, ਭੈਣ ਜੀ ਰਬਾਬ ਲੈਣੀ ਹੈ, ਤੇ ਭੈਣ ਜੀ ਮਾਇਆ ਦੇ ਕੇ ਕਹਿੰਦੇ ਨੇ ਇਹ ਰਬਾਬ ਲੈ ਲਓ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਕੋਲ ਆ ਕੇ ਕਹਿੰਦੇ ਭੈਣ ਨੇ ਮਾਇਆ ਦੇ ਦਿੱਤੀ, ਰਬਾਬ ਕਿੱਥੋਂ ਲਿਆਵਾਂ? ਤੇ ਅੱਗੋਂ ਜਵਾਬ ਕੀ ਆਇਆ? ਕਹਿੰਦੇ ਇੱਥੇ ਲਾਗੇ ਇੱਕ ਪਿੰਡ ਪੈ ਜਾਂਦਾ ਹੈ ਭਰੋਆਣਾ। ਅੱਜ ਤੁਹਾਨੂੰ ਚੇਤੇ ਕਰਾ ਕੇ ਜਾਊਂਗਾ 550 ਸਾਲਾਂ ਤੇ ਕੁਛ ਤੇ ਨਵਾਂ ਦਈਏ ਨਾ ਭਾਈ ਸੰਗਤਾਂ ਨੂੰ, ਹੈ ਨਾ, ਕੁਛ ਦਈਏ ਨਾ ਸੰਗਤਾਂ ਨੂੰ, ਜਿਹੜਾ ਸੰਗਤਾਂ ਨੂੰ ਚੇਤੇ ਵੀ ਰੱਖੇ। ਇਤਿਹਾਸ ਦੇ ਵਿੱਚ ਉਸ ਸਮੇਂ ਪਿੰਡ ਦਾ ਨਾਮ ਸੀ ਭੈਰੋਆਣਾ। ਕੀ ਨਾਮ ਸੀ? ਭੈਰੋਆਣਾ। ਹੁਣ ਅੱਜ ਕੱਲ੍ਹ ਪਿੰਡ ਦਾ ਨਾਮ ਹੈ ਭਰੋਆਣਾ। ਕੀ ਨਾਮ ਹੈ ਜੀ? ਭਰੋਆਣਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇੱਥੇ ਲਾਗੇ ਇੱਕ ਪਿੰਡ ਪੈ ਜਾਂਦਾ ਜਿਸ ਪਿੰਡ ਦਾ ਨਾਮ ਹੈ ਭਰੋਆਣਾ। ਦਰਿਆ ਦੇ ਕੰਢੇ ਦੇ ਉੱਪਰ ਹੈ, ਨਦੀ ਦੇ ਕਿਨਾਰੇ ਦੇ ਉੱਪਰ ਹੈ। ਇਸ ਕਰਕੇ ਉਸ ਪਿੰਡ ਦੇ ਵਿੱਚ ਜਾਓ, ਉੱਥੇ ਤੁਹਾਨੂੰ ਮਿਲੇਗਾ ਰਬਾਬ ਬੁਲਾਉਣ ਵਾਲਾ ਇੱਕ ਸੱਜਣ ਜਿਹਦਾ ਨਾਮ ਹੈ ਭਾਈ ਫਿਰੰਦਾ। ਕੀ ਨਾਮ ਹੈ ਜੀ? ਭੁੱਲੋਗੇ ਤਾਂ ਨਹੀਂ ਨਾ? ਹਾਂ ਭੁੱਲਿਆ ਜੇ ਨਾ, ਕਿਤੇ ਕੋਈ ਇਹ ਨਾ ਕਹਿ ਦੇ ਵੀ 550 ਸਾਲਾਂ ਤੇ ਇਹਨਾਂ ਨੇ ਕੀ ਚੇਤੇ ਕੀਤਾ। ਦੱਸਿਆ ਜੇ ਵੀ ਅਸੀਂ ਇਤਿਹਾਸ ਆਪਣਾ ਚੇਤੇ ਕੀਤਾ ਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਵੇਖਿਆ। ਉਹ ਸੱਜਣ ਦਾ ਨਾਮ ਹੈ ਭਾਈ ਫਿਰੰਦਾ। ਭਾਈ ਮਰਦਾਨਾ ਜੀ ਉਹਦੇ ਕੋਲ ਲੱਭਦੇ ਪਿੰਡ ਦੇ ਵਿੱਚ ਆਪਣੇ, ਉਹ ਪਿੰਡ ਦੇ ਵਿੱਚ ਨਾ ਮਿਲਿਆ। ਭਾਈ ਮਰਦਾਨਾ ਜੀ ਤੋਂ ਨਿਰਾਸ਼ ਹੋ ਕੇ ਮੁੜਨ ਲੱਗੇ ਨਾ, ਤੇ ਦਰਿਆ ਦੇ ਕਿਨਾਰੇ ਤੇ ਭਾਈ ਫਿਰੰਦਾ ਮਿਲ ਗਿਆ ਤੇ ਰਬਾਬ ਚੁੱਕੀ ਹੋਈ ਹੈ। ਭਾਈ ਮਰਦਾਨਾ ਜੀ ਕਹਿੰਦੇ ਮੈਂ ਨਾ ਤੁਹਾਨੂੰ ਲੱਭਦਾ ਪਿਆ ਵਾਂ। ਉਹ ਕਹਿੰਦੇ ਮਰਦਾਨਿਆ ਮੈਂ ਵੀ ਤੈਨੂੰ ਹੀ ਲੱਭਦਾ ਪਿਆ ਵਾਂ। ਸੁਣਿਆ ਜੀ? ਹੁਣ ਦੇਖੋ, ਮੈਂ ਵੀ ਮਰਦਾਨਿਆ ਤੈਨੂੰ ਹੀ ਲੱਭਦਾ ਪਿਆ ਵਾਂ। ਮੇਰੇ ਕੋਲ ਗੁਰੂ ਨਾਨਕ ਦੀ ਇਮਾਨਤ ਹੈ, ਮੈਂ ਦੇਣੀ ਚਾਹੁੰਦਾ ਵਾਂ। ਤੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਰਬਾਬ ਲੈਣੀ ਚਾਹੁੰਦਾ ਵਾਂ। ਹੁਣ ਬੜੇ ਪਿਆਰ ਦੇ ਨਾਲ ਜਦੋਂ ਹੋਏ ਮੇਲੇ, ਰਬਾਬ ਭਾਈ ਮਰਦਾਨਾ ਜੀ ਨੂੰ ਦੇ ਦਿੱਤੀ। ਭਾਈ ਮਰਦਾਨਾ ਜੀ ਕਹਿੰਦੇ ਇਹਦੀ ਮਾਇਆ ਕੀ ਹੈ? ਉਹ ਕਹਿੰਦੇ ਇਹਦੀ ਮਾਇਆ ਨਹੀਂ, ਭੇਟਾ ਤੇ ਮੈਂ ਲੈਣੀ ਹੈ। ਕਹਿੰਦੇ ਭੇਟਾ ਤੇ ਮੈਂ ਲੈਣੀ ਹੈ, ਪਰ ਭੇਟਾ ਦੇ ਵਿੱਚ ਮੈਂ ਮਾਇਆ ਨਹੀਂ ਲੈਣੀ। ਭੇਟਾ ਤੇ ਲੈਣੀ ਹੈ ਪਰ ਭੇਟਾ ਵਿੱਚ ਮਾਇਆ ਨਹੀਂ ਲੈਣੀ। ਉਹ ਕਹਿੰਦੇ ਫਿਰ ਭੇਟਾ ਕੀ ਲੈਣੀ ਹੈ? ਕਹਿੰਦੇ ਭੇਟਾ ਵਿੱਚ ਇੱਕ ਲੈਣਾ ਤੇਰੇ ਕੋਲੋਂ ਬਚਨ। ਭਾਈ ਮਰਦਾਨਾ ਜੀ ਕਹਿੰਦੇ ਕਿਹੜਾ ਬਚਨ? ਤੇ ਬੜਾ ਸੋਹਣਾ ਜਵਾਬ ਦਿੱਤਾ, ਸਾਰੇ ਸੁਣਿਆ ਜੇ। ਕਹਿੰਦੇ ਮਰਦਾਨਿਆਂ ਤੇਰੇ ਕੋਲੋਂ ਇੱਕ ਬਚਨ ਲੈਣਾ ਹੈ। ਇਹ ਰਬਾਬ ਅੱਜ ਤੂੰ ਮੇਰੇ ਕੋਲੋਂ ਲਿਜਾ ਰਹੇ ਹੈ, ਮੈਂ ਬੜੇ ਪਿਆਰ ਨਾਲ ਬਣਾਈ ਹੈ, ਬਚਨ ਮੈਨੂੰ ਦੇ। ਇਹ ਰਬਾਬ ਜਦੋਂ ਵੀ ਬੱਜੇ,
ਗੁਰੂ ਨਾਨਕ ਦੇ ਦਰ ਤੇ ਵੱਜੇ, ਗੁਰੂ ਨਾਨਕ ਦੇ ਦਰ ਤੋਂ ਬਣਿਆ ਰਬਾਬ ਨਹੀਂ ਵੱਜਣੀ ਚਾਹੀਦੀ। ਦੇਖੋ ਕਿੱਡੀ ਵੱਡੀ ਗੱਲ ਕਹਿਤੀ। ਇਹ ਰਬਾਬ ਜਦੋਂ ਵੀ ਵੱਜੇ ਗੁਰੂ ਨਾਨਕ ਦੇ ਦਰ ਤੇ ਵੱਜੇ, ਗੁਰੂ ਨਾਨਕ ਦੇ ਦਰ ਤੋਂ ਬਣਿਆ ਰਬਾਬ ਨਾ ਕਿਤੇ ਵੱਜੇ। ਭਾਈ ਮਰਦਾਨਾ ਜੀ ਕਹਿੰਦੇ ਮੈਂ ਤੇਰੇ ਨਾਲ ਇਹ ਬਚਨ ਕਰ ਲਿਆ, ਅੱਜ ਤੋਂ ਬਾਅਦ ਰਬਾਬ ਜਦੋਂ ਵੀ ਵੱਜੇਗੀ ਇਹ ਗੁਰੂ ਨਾਨਕ ਦੇ ਬੂਖੇ ਤੇ ਵੱਜੇਗੀ, ਗੁਰੂ ਨਾਨਕ ਦੇ ਬੂਖੇ ਤੋਂ ਬਣਾਏ ਰਬਾਬ ਨਹੀਂ ਕਿਤੇ ਵੱਜੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਇਤਿਹਾਸ ਪੜ੍ਹ ਕੇ ਦੇਖੋ, ਭਾਈ ਮਰਦਾਨਾ ਜੀ ਨੇ ਇਹ ਰਬਾਬ ਲੈ ਕੇ ਅੰਤਲਾ ਸਾਹਿਬ ਵੀ ਗੁਰੂ ਨਾਨਕ ਦੀ ਗੋਦੀ ਵਿੱਚ ਲਿਆ। ਆਖੋ ਸਤਨਾਮ ਸ੍ਰੀ। ਅੰਤਲਾ ਸਾਹਿਬ ਵੀ ਗੁਰੂ ਨਾਨਕ ਦੀ ਗੋਦੀ ਵਿੱਚ ਲਿਆ। ਤੇ ਭਾਈ ਮਰਦਾਨਾ ਜੀ ਨੇ ਬਗਾਨੇ ਬੂਖੇ ਤੇ ਜਾ ਕੇ ਰਬਾਬ ਨਹੀਂ ਵਜਾਈ। ਹੁਣ ਉਹ ਰਬਾਬ ਲੈ ਕੇ ਭਾਈ ਮਰਦਾਨਾ ਜੀ ਆ ਜਾਂਦੇ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ ਆ। ਤੇ ਉਹ ਬੇਬੇ ਨਾਨਕੀ ਰਬਾਬ ਮਾਇਆ ਵੀ ਦਿੰਦੀ ਹੈ ਤੇ ਰਬਾਬ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਨੂੰ ਪਕੜਾਉਂਦੀ ਹੈ। ਮੈਨੂੰ ਸਮਝ ਨਹੀਂ ਆਈ ਵੀ ਤਸਵੀਰਾਂ ਬਣਾਉਣ ਵਾਲਿਆਂ ਨੇ ਉਹ ਤਸਵੀਰ ਕਿਉਂ ਨਹੀਂ ਬਣਾਈ ਜਿਹਦੇ ਵਿੱਚ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਜੀ ਨੂੰ ਰਬਾਬ ਦੇ ਰਹੀ ਹੈ। ਇਹ ਤਸਵੀਰ ਕਿਉਂ ਬਣਾਈ ਹੈ ਜਿਹਦੇ ਵਿੱਚ ਬੇਬੇ ਨਾਨਕੀ ਰੱਖੜੀ ਬਣ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੇਖੋ ਤੁਹਾਡਾ ਇਤਿਹਾਸ ਹੈ। ਜੇ ਤੇ ਚਾਨਣ ਵਿੱਚ ਵੇਖੋਗੇ ਫਿਰ ਤੇ ਆਹ ਹੈ ਰਬਾਬ ਵਾਲਾ, ਜੇ ਖਨੇਰੇ ਵਿੱਚ ਵੇਖੋਗੇ ਤੇ ਫਿਰ ਹੈ ਰੱਖੜੀਆਂ ਵਾਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਅੱਗੇ ਆ ਜਾਓ, ਸਿਰਫ 2-3 ਉਦਾਹਰਨਾਂ ਦੇਣੀਆਂ ਨੇ ਵੀ ਚਾਨਣ ਕੀ ਹੈ ਤੇ ਖਨੇਰਾ ਕੀ ਹੈ। ਦੂਜੀ ਉਦਾਹਰਨ ਬੜਾ ਪਿਆਰ ਦੇ ਨਾਲ ਸੁਣਿਆ ਜੇ। ਬਾਬਾ ਬੁੱਢਾ ਜੀ ਦਾ ਨਾਮ ਸਾਰਿਆਂ ਨੇ ਸੁਣਿਆ? ਗੱਜ ਕੇ ਬੋਲੋ ਨਾ। ਬਾਬਾ ਬੁੱਢਾ ਜੀ ਦਾ ਨਾਮ ਦੇਖੋ, ਜਿੱਥੇ ਜਿੱਥੇ ਥਾਂ ਮਿਲਦੀ ਮੇਰੇ ਵੀਰ ਬਹਿ ਜਾਓ, ਕਿਉਂਕਿ ਖਨੇਰੇ ਵਿੱਚ ਵੇਖਾਂਗੇ ਤੇ ਭੁਲੇਖੇ ਨੇ ਸੁਣਨਾ। ਬਾਬਾ ਬੁੱਢਾ ਜੀ ਦੇ ਨਾਮ ਤੋਂ ਸਾਰੇ ਜਾਣੂ ਹੈ ਜੀ। ਬੜੀ ਮਹਾਨ ਸ਼ਖਸੀਅਤ ਹੈ। ਜੇ ਕੋਈ ਫਿਰ ਵੀ ਮੈਨੂੰ ਪੁੱਛੇ ਵੀ ਕਿੱਡੀ ਕੁ ਮਹਾਨ ਸ਼ਖਸੀਅਤ ਹੈ ਤੇ ਉਹਦਾ ਜਵਾਬ ਮੈਂ ਇੱਕ ਲਾਈਨ ਦੇ ਵਿੱਚ ਦੇ ਦਿਆਂਗਾ। 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਨੇ। ਕਿੰਨੇ ਸਾਲ ਦੀ ਉਮਰ ਜੀ? 12 ਸਾਲ। ਤੇ 125 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਗੋਦੀ ਦੇ ਵਿੱਚ ਆਪਣਾ ਸਰੀਰਕ ਚੋਲਾ ਤਿਆਗਦੇ ਨੇ। ਹੁਣ 125 ਦੇ ਵਿੱਚੋਂ ਕੱਢ ਦਿਓ 12, ਮਗਰ ਕਿੰਨੇ ਬਚੇ? 113। 113 ਸਾਲ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਘਰ ਦੀ, ਅੰਦਾਜ਼ਾ ਲਾਓ, 1 ਸਦੀ ਤੋਂ ਵੱਧ ਦਾ ਸਮਾਂ ਬਣ ਗਿਆ ਨਾ ਜੀ। 1 ਸਦੀ ਤੋਂ ਵੱਧ ਦਾ ਸਮਾਂ ਬਣ ਗਿਆ। ਹੁਣ ਏਡੀ ਵੱਡੀ ਸੇਵਾ ਇਤਿਹਾਸ ਵਿੱਚ ਹੋਰ ਨਹੀਂ ਮੈਂ ਕੋਈ ਵੇਖੀ। ਬੜੀ ਮਹਾਨ ਸੇਵਾ ਹੈ ਨਾ ਬਾਬਾ ਬੁੱਢਾ ਜੀ ਦੀ। ਹੁਣ ਹਿਸਟਰੀ ਪੜ੍ਹਿਆ ਮੈਨੂੰ ਇੱਕ ਚੀਜ਼ ਦੀ ਸਮਝ ਪਈ। 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਆਪਾਂ ਕਹਿੰਦੇ ਆ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ। ਬਹੁ ਪਰਉਪਕਾਰੀ ਬੋਲ ਦਿਆ ਕਰੋ ਨਾਲ ਨਾ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਆਪਾਂ ਸਾਰੇ ਕਹਿੰਦੇ ਆ। ਹੁਣ ਇੱਕ ਚੀਜ਼ ਇੱਥੇ ਨੋਟ ਕਰਿਆ ਜੇ, ਉਹ ਜਿਹੜੇ ਵੱਡ ਜੋਧੇ ਨੇ ਨਾ ਉਹਨਾਂ ਨੂੰ ਸ਼ਸਤਰ ਵਿਦਿਆ ਕਿਸ ਨੇ ਸਿਖਾਈ? ਇਤਿਹਾਸ ਪੁਕਾਰ ਪੁਕਾਰ ਕੇ ਕਹਿੰਦਾ ਬਾਬਾ ਬੁੱਢਾ ਜੀ ਨੇ ਸਿਖਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੱਥੇ ਸਿਖਾਈ? ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਿਖਾਈ। ਦੇਖੋ ਜਦੋਂ ਬਾਬਾ ਬੁੱਢਾ ਜੀ ਬੀੜ ਬਾਬਾ ਬੁੱਢਾ ਸਾਹਿਬ ਸੇਵਾ ਕਰਦੇ ਨੇ ਨਾ, ਤੇ 5ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦੇਖਿਆ ਵੀ ਆਪਣੇ ਬੇਟੇ ਦੀ ਐਜੂਕੇਸ਼ਨ ਦਾ ਪ੍ਰਬੰਧ ਕਰਨਾ। ਦੇਖੋ ਤੁਸੀਂ ਆਪਣੇ ਬੱਚੇ ਦੀ ਐਜੂਕੇਸ਼ਨ ਦਾ ਪ੍ਰਬੰਧ ਜਦੋਂ ਕਰਦੇ ਹੋ ਤੇ ਕਿਸੇ ਚੰਗੇ ਸਕੂਲ ਦੇ ਵਿੱਚ ਲਾਉਂਦੇ ਹੋ, ਮਾੜੇ ਵਿੱਚ ਤੇ ਨਹੀਂ ਲਾਉਂਦੇ। ਸਕੂਲ ਵੀ ਅੱਛਾ ਹੋਵੇ, ਸਟਾਫ ਵੀ ਅੱਛਾ ਹੋਵੇ, ਪੜ੍ਹਾਈ ਵੀ ਅੱਛੀ ਹੋਵੇ ਤੇ ਉੱਥੇ ਹੀ ਆਪਣੇ ਬੱਚੇ ਨੂੰ ਭੇਜਦੇ ਆ ਨਾ, ਭਾਵੇਂ ਔਖੇ ਹੋ ਕੇ ਭੇਜੀਏ। ਤੇ ਅੰਦਾਜ਼ਾ ਲਾਇਆ ਜੇ ਜਦੋਂ 5ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਇਕਲੌਤੇ ਬੱਚੇ ਦੀ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਸੀ ਤੇ ਪਤਾ ਕਿਹੜੀ ਪਾਠਸ਼ਾਲਾ ਵਿੱਚ ਭੇਜਿਆ? ਕਿਸ ਅਧਿਆਪਕ ਦੇ ਕੋਲ ਭੇਜਿਆ? ਮੇਰੇ ਮਾਲਕ ਆਪਣੇ ਬੇਟੇ ਨੂੰ ਲੈ ਕੇ ਤੇ ਬੀੜ ਬਾਬਾ ਬੁੱਢਾ ਸਾਹਿਬ ਆ ਗਏ ਤੇ ਬਾਬਾ ਬੁੱਢਾ ਜੀ ਦੇ ਕੋਲ ਖਲੋ ਕੇ ਕਹਿੰਦੇ ਬਾਬਾ ਬੁੱਢਾ ਜੀ ਅੱਜ ਮੈਂ ਇਕੱਲੇ ਦਰਸ਼ਨ ਦੇਣ ਲਈ ਨਹੀਂ ਆਇਆ, ਅੱਜ ਮੈਂ ਆਪਣੇ ਬੇਟੇ ਦੀ ਐਜੂਕੇਸ਼ਨ ਦਾ ਪ੍ਰਬੰਧ ਤੁਹਾਡੇ ਕੋਲੋਂ ਕਰਵਾਉਣ ਦੇ ਲਈ ਆਇਆ ਹਾਂ। ਅੰਦਾਜ਼ਾ ਲਾਇਆ ਜੇ। ਤੇ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਸਤਰ ਵਿਦਿਆ ਦਿੱਤੀ। ਇਹ ਇਤਿਹਾਸ ਪੁਕਾਰ ਪੁਕਾਰ ਕੇ ਕਹਿ ਰਿਹਾ। ਤੇ ਮੈਂ ਪਿਛਲੇ ਕੁਝ ਦਿਨ ਹੋਏ ਮੇਰੇ ਮਨ 'ਚ ਖਿਆਲ ਜਿਹਾ ਆਇਆ। ਦੇਖੋ ਮੈਂ ਕਿਹਾ ਮਨਾ, ਆਪਾਂ ਸਾਰਾ ਦਿਨ ਤੇ ਸਫ਼ਰ 'ਚ ਰਹਿੰਦੇ ਆ, ਸਮਾਗਮ ਤੇ ਵੀ ਜਾਂਦੇ ਆ, ਇੰਟਰਵਿਊ ਤੇ ਵੀ ਜਾਂਦੇ ਆ, ਸਾਰਾ ਕੁਝ ਕਰਨਾ ਪੈਂਦਾ, ਜਾਂਦੇ ਆ। ਮੈਂ ਕਿਹਾ ਅੱਜ ਆਪਾਂ ਸਮਾਂ ਕੱਢ ਕੇ ਨਾ ਬਾਬਾ ਬੁੱਢਾ ਜੀ ਨਾਲ ਜੁੜੇ ਹੋਏ ਅਸਥਾਨਾਂ ਤੇ ਜਾਣਾ। ਕਿੱਥੇ ਜਾਣਾ ਜੀ? ਬਾਬਾ ਬੁੱਢਾ ਜੀ ਨਾਲ। ਤੇ ਬਾਬਾ ਬੁੱਢਾ ਜੀ ਦਾ ਜਿਹੜਾ ਜਨਮ ਹੈ ਉਹ ਹੈ ਜੀ ਕੱਥੂ ਨੰਗਲ ਦਾ। ਕਿਹੜਾ ਪਿੰਡ ਜੀ? ਕੱਥੂ ਨੰਗਲ ਪਿੰਡ ਪੈ ਜਾਂਦਾ ਅੰਮ੍ਰਿਤਸਰ ਸਾਹਿਬ ਤੋਂ ਬਟਾਲਾ ਰੋਡ ਦੇ ਉੱਤੇ। ਮੈਂ
पहुंच गया। ਉੱਥੇ पहुंच के मैं मन च सोचिया, मैं कि ये बाबा बुढ़ा जी की जन्म भूमि है। ਕਿਹੜੀ भूमि? ये जन्म भूमि है। मन च आया मना, जे मैं बाबा बुढ़ा जी की जन्म भूमि ते आ गया मैं बाबा बुढ़ा जी की कर्म भूमि ते भी जावां। कर्म भूमि केड़ी है? बीड़ बाबा बुढ़ा साहिब। केड़ी जी? किते लम्मा सामा बाबा बुढ़ा जी ने अपनियां सेवावां दित्तियां ने ना गुरु घर नूं। कत्थू नंगल जन्म भूमि ते बीड़ बाबा बुढ़ा साहिब बाबा बुढ़ा जी की कर्म भूमि। जदों मैं कर्म भूमि ते आया, मैं 2-4 सज्जनां नूं पुछया, मैं क्या इत्थे बाबा बुढ़ा जी दे नाम ते कोई गतका अकैडमी है? आ सुनिया जे सारे? मैं क्या बाबा बुढ़ा जी दे नाम ते कोई गतका अकैडमी है? कहंदे ना जी। हुण मेरे मन च सवाल उत्पन्न हुंदा है, होना भी चाहिए जी, होना चाहिए ना। कल्ली शरधा दे विचों अपने इतिहास नूं वेखोगे तो भुलेखा खा जाओगे। शरधा दे नाल तर्क भी जरूरी है। आखो सतनाम श्री वाहिगुरू। हुण साडे क्या जांदा भी तर्क ना करो। मैं कहना ना ना ना, गुरु नानक पातशाह महाराज जी ने आरती ते तर्क कीता भी तेरे 2 दीवियां वाली आरती किवें बनूगी, परमात्मा ते बड़ा वड्डा है। गुरु नानक पातशाह महाराज जी का तर्क है। हरिद्वार की धरती के उपर जे गुरु नानक पातशाह महाराज जी भी कहते भी शरधा है पानी पाओ, साहब जी ने तर्क किया भी जे तुहाडा पानी सूरज तक अपड़दा तो मेरा खेतों तक भी अपड़ेगा। आखो सतनाम श्री वाहिगुरू। अंदाजा लाया जे ना। मैं कई बार मन च सोचदा मैं कि भी एडी महान रूह बाबा बुढ़ा जी, इतिहास पुकार पुकार के कहंदा है भी 6वें पातशाह महाराज जी नूं शस्त्र विद्या बाबा बुढ़ा जी ने दिती, महान उच्च कोटि दे विद्वान बनाया। तो मैं उत्थे जाके पूछया, मैं कहा जी बाबा बुढ़ा जी दे नाम ते कोई गतका अकैडमी है? सुनिया जे सारे? बाबा बुढ़ा जी दे नाम ते कोई गतका अकैडमी है? कहते ना जी। मैं कहा वाह सिखो, आखो सतनाम श्री। जिन्हें 6वें पातशाह महाराज जी नूं शस्त्र विद्या दी सिखलाई दिती, उस बाबा बुढ़ा जी के नाम के उपर एक भी बाबा बुढ़ा जी गतका अकैडमी कहनी। आपको सतनाम श्री। देखो कि हैरानगी की गल है ना जी। हुण जे मैं दस दियां फिर कहते ना जी ये तो तर्क है, तो फिर कहानियां किहड़ियां सुनाया करा जिहदे ते तुसीं जकारे लाओ बई आखो सतनाम श्री। हुण सच्चाई तो यह है ना, दसनी पैनी है भी तुसीं अपने इतिहास नूं खनेरे विच वेखिया, चानण विच वेखिया ही कोई नहीं। जिन्हें 6वें पातशाह महाराज जी नूं शस्त्र विद्या दिती, उस बाबा बुढ़ा जी के नाम के उपर गतका अकैडमी ना होवे, तो फिर मेरा तो सवाल करना बनता ना भी ये कारण की है। देखो एक छोटी जी विचार लो, तुसीं बाहरले पासे आ जाओ। मैं कल्ला ये नहीं करता भी मत्था टेको, देख कराओ ते बाहर आके आपे छक के ते चाले पाओ, नहीं। मैं देखदा हुन्ना भी इत्थे जो इतिहास वापरिया, सुनिया जे, कि वो सानू याद है, सानू पता है कि इस बोर्ड ते लिखिया होया इतिहास मेरे जीवन दे विच तब्दीली लैके आवेगा। हुण ध्यान देना, जदों मैनू बाबा बुढ़ा जी के नाम ते गतका अकैडमी नहीं मिली, मैं बाहर आ गया, जिन्नियां दुकानां सी मैं सारियां फुल मारियां। मैं कहा जी बाबा बुढ़ा जी की तस्वीर चाहिए, कहंदे मिल जाएगी। मैं कहा जी दिओ, ਜਿਹੜੀ तस्वीर वेखा बाबा बुढ़ा जी गंढा भनते पे ने, आखो सतनाम श्री। सच है जी, देखो ना, ਜਿਹੜੀ तस्वीर वेखा बाबा बुढ़ा जी के हथ गंढा, बाबा बुढ़ा जी के हथ गंढा। मैं क्या नहीं जी, मैनू वो तस्वीर चाहिए जिहदे बाबा बुढ़ा जी के हथ में 3 फुटी किरपान होवे, आखो सतनाम श्री। आ सुनिया जी ना, इतिहास पढ़ के देखो, पुकार पुकार के कह रहे हैं भी बाबा बुढ़ा जी ने शस्त्र विद्या दी। यदा अर्थ है भी बाबा बुढ़ा जी गतके दे उच्च कोटि के माहिर होणगे, बाबा बुढ़ा जी शस्त्र विद्या के उच्च कोटि के माहिर होणगे। मैं सारिया दुकानां फोल मारियां। मैं क्या भाई मैनू बाबा बुढ़ा जी की वो तस्वीर चाहिए है जिहदे विच बाबा बुढ़ा जी के हथ में मोटी डांग होवे, कहंदे खैनी। मैं क्या वो तस्वीर चाहिए है जिहदे विच बाबा बुढ़ा जी के हथ दे विच 3 फुटी किरपान होवे, कहंदे खैनी। आखो सतनाम श्री वाहिगुरू। हुण तुसीं दसो भी मेरा ये बोलना फर्ज बनता हुण कि नहीं बनता? आखो सतनाम श्री। जे ते चानण विच वेखिया हुंदा अपना इतिहास, फिर सानू पता होना सी भी चानण ये गल कहंदा है कि बाबा बुढ़ा जी ठीक है, प्याज वाली गल भी तुसीं मन लो, पर छड्डो ये भी ना गल कि बाबा बुढ़ा जी उच्च कोटि के गतके दे माहिर सन। आखो सतनाम श्री वाहिगुरू। जे चानण विच वेखोगे
ਤੇ ਬਾਬਾ ਬੁੱਢਾ ਜੀ ਦਾ ਅਸਲੀ ਰੂਪ ਤੁਹਾਡੇ ਸਾਹਮਣੇ ਆਵੇਗਾ। ਜੇ ਹਨੇਰੇ ਵਿੱਚ ਵੇਖੋਗੇ ਤੇ ਇੱਕ ਪੱਖ ਲਵੋਗੇ, ਦੂਜਾ ਛੱਡ ਦਿਓਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੇਬੇ ਨਾਨਕੀ ਜੀ ਦਾ ਚਾਨਣ ਵਿੱਚ ਪੱਖ ਲਵੋਗੇ ਤੇ ਬੇਬੇ ਨਾਨਕੀ ਤੁਹਾਨੂੰ ਬਾਬਾ ਨਾਨਕ ਦੇਵ ਜੀ ਨੂੰ ਰਬਾਬ ਪਕੜਾਉਂਦੀ ਦਿਸੇਗੀ। ਹਨੇਰੇ ਵਿੱਚ ਵੇਖੋਗੇ ਤੇ ਰਖੜੀਆਂ ਬੰਨ੍ਹਦੀ ਦਿਸੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੋਲੋ ਸੱਚ ਹੈ ਕਿ ਨਹੀਂ ਸੱਚ? ਸੱਚ ਹੈ ਨਾ ਜੀ। ਮੈਨੂੰ ਤੇ ਤਾਂ ਤਕਲੀਫ ਹੁੰਦੀ ਏ, ਮੈਂ ਤੁਹਾਨੂੰ ਦੱਸਣ ਲੱਗਾ ਵਾਂ। ਲੁਧਿਆਣੇ ਜਦੋਂ ਆਪਾਂ ਅੱਪੜਦੇ ਹਾਂ, ਇੱਕ ਲੁਧਿਆਣੇ ਤੇ ਲਾਗੇ ਪੈ ਜਾਂਦਾ ਜੀ ਨੀਲੂ ਵਾਲਾ ਪੁਲ ਕਹਿੰਦੇ ਆ। ਕਿਹੜਾ ਜੀ? ਆ ਬੋਲਿਆ ਜੇ ਸਾਰੇ, ਆ ਸਾਰੇ ਬੋਲਿਆ ਜੇ ਮੇਰੇ ਨਾਲ। ਤੇ ਜਿੱਥੇ ਜਿੱਥੇ ਥਾਂ ਮਿਲਦੀ ਉੱਥੇ ਬਹਿ ਜਾਓ, ਕਿਰਪਾ ਕਰਕੇ ਬੇਨਤੀ ਹੈ ਜੀ। ਬਜ਼ੁਰਗੋ ਤੁਸੀਂ ਬਹਿ ਜਾਓ, ਬਾਕੀ ਵੀ ਬਹਿੰਦੇ ਜਾਣਗੇ। ਬੈਠ ਜਾਓ ਕਿਰਪਾ ਕਰਕੇ, ਸਾਰੇ ਬਹਿੰਦੇ ਜਾਣਾ। ਲੁਧਿਆਣੇ ਦੇ ਲਾਗੇ ਇੱਕ ਪੁਲ ਪੈ ਜਾਂਦਾ, ਜਿਸ ਪੁਲ ਨੂੰ ਕਿਹਾ ਜਾਂਦਾ ਨੀਲੂ ਵਾਲਾ ਪੁਲ। ਕਿਹੜਾ ਪੁਲ ਜੀ? ਮੈਂ ਨਾਮ ਲੈ ਕੇ ਗੱਲ ਕਰਦਾ ਜੀ। ਨੀਲੂ ਵਾਲਾ ਪੁਲ। ਉਹਦੇ ਲਾਗੇ ਇੱਕ ਪਿੰਡ ਪੈ ਜਾਂਦਾ, ਪਿੰਡ ਦਾ ਨਾਮ ਹੈ ਲੱਲ ਕਲਾਂ। ਪਿੰਡ ਦਾ ਨਾਮ ਹੈ। ਹੁਣ ਮੈਂ ਨਹੀਂ ਕਹਿ ਰਿਹਾ, ਮੈਂ ਤੇ ਕਹਿੰਦਾ ਵੀ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਵੀ ਵੇਖ ਲਿਆ ਜੇ। ਮੈਂ ਨਹੀਂ ਇਕੱਲਾ ਕਹਿ ਰਿਹਾ, ਮੈਂ ਤੇ ਕਹਿੰਦਾ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿੱਚ ਵੀ ਵੇਖ ਲਿਆ ਜੇ। ਮੇਰੇ ਤੇ ਇਤਬਾਰ ਕਰਨ ਦੀ ਕੋਈ ਲੋੜ ਨਹੀਂ। ਮੈਂ ਤੇ ਕਹਿ ਰਿਹਾ ਵਾਂ ਵੀ ਮੇਰੇ ਤੇ ਇਤਬਾਰ ਨਾ ਕਰਿਆ ਜੇ, ਥੋੜੀ ਖੋਜ ਆਪ ਵੀ ਕਰਿਆ ਜੇ। ਮੈਂ ਲੱਲ ਕਲਾਂ ਪਿੰਡ ਦੇ ਵਿੱਚ ਡਾਕੂਮੈਂਟਰੀ ਤਿਆਰ ਕਰਨ ਲਈ ਜਾਣਾ ਸੀ, ਮੇਰੇ ਨਾਲ ਮੇਰੀ ਟੀਮ ਸੀ। ਜਦੋਂ ਉਸ ਪਿੰਡ ਦੇ ਵਿੱਚ ਮੈਂ ਅੱਪੜਿਆ ਤੇ ਪਿੰਡ ਦੇ ਬਾਹਰ ਇੱਕ ਬੋਰਡ ਲੱਗਾ ਹੋਇਆ, ਤੇ ਬੋਰਡ ਤੇ ਕੀ ਲਿਖਿਆ ਹੋਇਆ ਦੇਖੋ ਉੱਥੋਂ ਦਾ ਇਤਿਹਾਸ। ਇੱਥੇ ਇੱਕ ਬੰਦਾ ਬਿਮਾਰ ਰਹਿੰਦਾ ਸੀ। 6ਵੇਂ ਪਾਤਸ਼ਾਹ ਮਹਾਰਾਜ ਆਏ, ਉਹ ਕਹਿੰਦਾ ਜੀ ਮੈਂ ਬਿਮਾਰ ਹਾਂ। 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਘੋੜੇ ਸਾਡੇ ਦੇ ਮੂੰਹ ਦੇ ਵਿੱਚੋਂ ਝੱਗ ਨਿਕਲਦੀ ਹੈ, ਇਹ ਆਪਣੇ ਪਿੰਡੇ ਤੇ ਲਾ ਲਾ, ਤੂੰ ਠੀਕ ਹੋ ਜਾਏਗਾ। ਹੇਠਾਂ ਲਿਖਿਆ ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਵੀ ਆਏ। ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਵੀ ਸੰਗਤਾਂ ਨੇ ਤੁਹਾਨੂੰ ਇਹ ਵੇਖ ਵੇਖ ਕੇ ਮੁੜੀ ਜਾਣਾ ਹੈ ਨਾ। ਤੇ ਉੱਥੇ ਗੁਰੂ ਘਰ ਦੇ ਵਿੱਚ ਕਾਰ ਸੇਵਾ ਚੱਲਦੀ ਸੀ ਤੇ ਮੈਨੂੰ ਦੇਖ ਕੇ ਸੱਜਣ ਇਕੱਠੇ ਹੋ ਗਏ, ਕਿਉਂਕਿ ਜਾਣਦੇ ਸਨ ਆ ਪ੍ਰਸ਼ਾਦਾ ਛਕੋ ਜੀ, ਲੱਸੀ ਛਕੋ ਜੀ। ਮੈਂ ਕਿਹਾ ਬਿਲਕੁਲ ਛਕਾਂਗੇ। ਦੇਖੋ ਮੈਂ ਤੇ ਆਪ ਕਹਿ ਰਿਹਾ ਵਾਂ, ਮੈਂ ਕਿਹਾ ਸਭ ਕੁਝ ਛਕਾਂਗੇ। ਛਕਣ ਤੋਂ ਬਾਅਦ ਮੈਂ ਕਿਹਾ ਵੀ ਤੁਹਾਡੇ ਬੋਰਡ ਤੇ ਜੋ ਇਤਿਹਾਸ ਹੈ ਉਹ ਨਹੀਂ ਲਿਖਿਆ। ਕਹਿੰਦੇ ਮਤਲਬ? ਮੈਂ ਕਿਹਾ ਮੈਂ ਕਹਾਂਗਾ ਤੇ ਕਈਆਂ ਨੇ ਕਹਿਣਾ ਨਵੀਂ ਗੱਲ ਕੱਢ ਮਾਰੀ, ਪਰ ਕਾਹਨ ਸਿੰਘ ਨਾਭਾ ਦਾ ਮਹਾਨਕੋਸ਼ ਖੋਲ ਲਵੋ, ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਖੋਲ ਲਵੋ। ਉਸ ਪਿੰਡ ਦੇ ਵਿੱਚ ਲਿਖਿਆ ਹੋਇਆ ਉਸ ਪਿੰਡ ਦਾ ਇਤਿਹਾਸ। ਕਹਿੰਦੇ ਲੱਲ ਕਲਾਂ ਦੇ ਮੁਕਾਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸ਼ੱਕੀ ਹਾਲਾਤ ਦੇ ਵਿੱਚ ਰੋਕਿਆ ਗਿਆ। ਸੁਣਿਆ ਜੇ ਜਦੋਂ ਮਾਛੀਵਾੜੇ ਤੋਂ ਉੱਚ ਦਾ ਪੀਰ ਬਣ ਕੇ ਸਤਿਗੁਰੂ ਨਿਕਲੇ ਨੇ ਨਾ, ਤੇ ਲੱਲ ਕਲਾਂ ਪਿੰਡ ਪੈ ਜਾਂਦਾ ਹੈ। ਬਿਲਕੁਲ ਦੁਰਾਹੇ ਤੋਂ ਜਦੋਂ ਆਪਾਂ ਅੱਗੇ ਨੂੰ ਜਾਂਦੇ ਆ ਨਾ, ਨਹਿਰ, ਤੇ ਉੱਥੇ ਪਿੰਡ ਪੈ ਜਾਂਦਾ ਲੱਲ ਕਲਾਂ। ਨੀਲੋ ਵਾਲੇ ਪੁਲ ਕਹਿ ਦਿੱਤਾ ਜਾਂਦਾ। ਕਹਿੰਦੇ ਲੱਲ ਕਲਾਂ ਦੇ ਮੁਕਾਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸ਼ੱਕੀ ਹਾਲਾਤ ਦੇ ਵਿੱਚ ਰੋਕਿਆ ਗਿਆ। ਤੇ ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਕੌਣ ਜਾ ਰਿਹਾ? ਗਨੀ ਖਾਨ ਨਬੀ ਖਾਨ ਕਹਿੰਦੇ ਸਾਡਾ ਉੱਚ ਦਾ ਪੀਰ ਜਾ ਰਿਹਾ। ਬੋਲੋ ਕੌਣ ਜਾ ਰਿਹਾ? ਸਾਡਾ ਉੱਚ ਦਾ ਪੀਰ ਜਾ ਰਿਹਾ। ਉਹ ਕਹਿੰਦੇ ਅਸੀਂ ਕਿਵੇਂ ਮੰਨੀਏ ਵੀ ਉੱਚ ਦਾ ਪੀਰ ਹੈ? ਅਸੀਂ ਕਿਵੇਂ ਮੰਨੀਏ ਵੀ ਇਹ ਉੱਚ ਦਾ ਪੀਰ ਹੈ? ਹੋ ਸਕਦਾ ਭੇਸ ਬਦਲ ਕੇ ਗੁਰੂ ਗੋਬਿੰਦ ਸਿੰਘ ਜਾ ਰਿਹਾ ਹੋਵੇ। ਉਹ ਕਹਿੰਦੇ ਜਨਾਬ ਤੁਸੀਂ ਇੰਜ ਕਰੋ, ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੈ ਉਹਨੂੰ ਸੱਦ ਲਵੋ, ਜੇ ਉਹ ਗਵਾਹੀ ਦੇ ਦਿੰਦੇ ਨੇ ਤੇ ਸਾਨੂੰ ਜਾਣ ਦਿਓ। ਉਸ ਵੇਲੇ ਕਾਹਨ ਸਿੰਘ ਨਾਭਾ ਨੇ ਲਿਖਿਆ ਵੀ ਨੂਰਪੁਰੇ ਦੇ ਇੱਕ ਸੈਯਦ, ਜਿਹਦਾ ਨਾਮ ਹੈ ਸੈਯਦ ਪੀਰ ਮੁਹੰਮਦ। ਕੀ ਨਾਮ ਹੈ ਜੀ? ਹਾਂ ਚੇਤੇ ਰੱਖੋਗੇ ਇਤਿਹਾਸ ਜੀ, ਭੁੱਲੋਗੇ ਤਾਂ ਨਹੀਂ ਨਾ? ਹਾਂ ਬਸ ਚੇਤੇ ਰੱਖਣਾ ਹੈ। ਸੈਯਦ ਪੀਰ ਮੁਹੰਮਦ, ਉਹਨੂੰ ਸੱਦਿਆ ਗਿਆ। ਉਹਨੂੰ ਸੱਦ ਕੇ ਕਹਿੰਦੇ ਜੀ ਦੱਸੋ ਇਹ ਉੱਚ ਦੇ ਪੀਰ ਨੇ? ਤੇ ਉਹ ਮਾੜਾ ਜਿਹਾ ਨੀਵਾਂ ਹੋ ਕੇ ਜਦੋਂ ਦੇਖਦਾ ਨਾ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਂਦਾ। ਸੁਣਿਆ ਜੇ? ਤੇ ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਫਾਰਸੀ ਪੜ੍ਹਾਈ ਸੀ। ਜਦੋਂ ਅੱਖਾਂ ਦੇ ਵਿੱਚ ਅੱਖਾਂ ਪੈਂਦੀਆਂ, ਅੱਖਾਂ ਚਾਰ ਹੁੰਦੀਆਂ ਨੇ, ਹੌਲੀ ਦੇ ਕਹਿੰਦਾ ਲੱਗਦੇ ਤੇ ਉੱਚ ਦੇ ਪੀਰ ਨੇ। ਉਹਦੀ ਗਵਾਹੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕਾਫਲੇ ਨੂੰ ਉੱਥੋਂ ਤੋਰਿਆ ਗਿਆ। ਹੁਣ ਲੱਲ ਕਲਾਂ ਪਿੰਡ ਦੀ ਹਿਸਟਰੀ ਇਹ ਹੈ। ਤੇ ਉੱਥੇ ਬੋਰਡ ਤੇ ਕੀ ਲਿਖੀ ਹੋਈ ਹੈ? 6ਵੇਂ ਪਾਤਸ਼ਾਹ ਮਹਾਰਾਜ ਜੀ ਕੋਲੇ ਬਿਮਾਰ ਬੰਦਾ ਆਇਆ। ਉਹ ਕਹਿੰਦਾ ਜੀ ਮੈਂ ਠੀਕ ਨਹੀਂ ਰਹਿੰਦਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਮੇਰੇ ਘੋੜੇ ਦੇ ਮੂੰਹ ਚੋਂ ਝੱਗ ਨਿਕਲਦੀ ਹੈ, ਇਹ ਆਪਣੇ ਪਿੰਡੇ ਤੇ ਲਾ। ਤੇ ਉਹ ਰਾਜੀ ਹੋ ਗਿਆ। ਬਸ ਹੱਥ ਬੰਨ ਕੇ ਬੇਨਤੀ ਹੈ, ਘੱਟੋ ਘੱਟ ਆਪਾਂ ਇਹਨਾਂ ਤੇ ਕੰਮ ਕਰ ਲਈਏ। ਮੈਂ ਨਹੀਂ ਕਹਿੰਦਾ ਵੀ ਖੋਜ ਕਰਨ ਸਾਰੇ ਤੁਰ ਪਵੋ, ਪਰ ਮੈਂ ਇੰਨਾ ਜ਼ਰੂਰ ਕਹਿਣਾ ਵਾਂ ਵੀ ਜਿਹੜੀ ਹੋਈ ਖੋਜ ਹੈ
ਉਹਨੂੰ ਪੜ੍ਹਨਾ ਤੇ ਸ਼ੁਰੂ ਕਰ ਦਿਓ। ਆਖੋ ਸਤਨਾਮ ਸ੍ਰੀ, ਪੜ੍ਹਨਾ ਤੇ ਸ਼ੁਰੂ ਕਰ ਦਿਓ। ਦੇਖੋ ਤੁਹਾਡੇ ਵਿੱਚ ਹੀ ਸੀ ਨਾ ਕਰਮ ਸਿੰਘ ਹਿਸਟੋਰੀਅਨ। ਕੌਣ ਸੀ ਬੋਲੋ? ਕਰਮ ਸਿੰਘ ਹਿਸਟੋਰੀਅਨ। ਕਿਹੋ ਜਿਹਾ ਵਿਦਵਾਨ ਪੁਰਸ਼ ਸੀ, ਬੱਲੇ 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 ਬੱਲੇ। ਲਾਹੌਰ ਦੇ ਲਾਗੇ ਇੱਕ ਦਿਨ ਕੁਝ ਗਾਉਂਦੇ ਦਿਸੇ। ਕਹਿੰਦਾ ਤੁਸੀਂ ਗਾਉਂਦੇ ਬੜਾ ਵਧੀਆ ਜੇ। ਉਹ ਕਹਿੰਦੇ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੁਨੀਆਂ ਨੇ ਨਾ, ਧੁਨੀਆਂ, ਜਿਵੇਂ ਆਸਾ ਕੀ ਵਾਰ ਜਦੋਂ ਰਾਗੀ ਸਿੰਘ ਗਾਉਂਦੇ ਆ ਤੇ ਕਿਹਾ ਜਾਂਦਾ ਟੁੰਡੈ ਅਸ ਰਾਜੈ ਕੀ ਧੁਨੀ, ਹਨਾ ਜ਼ਿਕਰ ਹੁੰਦਾ ਨਾ, ਟੁੰਡੈ ਅਸ ਰਾਜੈ ਕੀ ਧੁਨੀ। ਉਹ ਕਹਿੰਦੇ ਸਾਨੂੰ ਉਹ ਸਾਰੀਆਂ ਧੁਨੀਆਂ ਚੇਤੇ ਨੇ, ਅਸੀਂ ਤੈਨੂੰ ਸੁਣਾ ਸਕਦੇ ਹਾਂ। ਤੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਮੈਨੂੰ ਦੱਸੋ। ਕਹਿੰਦੇ ਇੱਕ ਧੁਨੀ ਦਾ ਮਿਲੇਗਾ 1 ਰੁਪਈਆ ਲੱਗੇਗਾ। ਇੱਕ ਧੁਨੀ ਸੁਣਾਵਾਂਗੇ ਤੇ 1 ਰੁਪਈਆ ਲੱਗੇਗਾ। ਕਰਮ ਸਿੰਘ ਹਿਸਟੋਰੀਅਨ ਕਹਿੰਦੇ ਮੇਰੇ ਕੋਲ 1 ਰੁਪਈਆ ਦੇਣ ਵਾਸਤੇ ਨਹੀਂ ਸੀ, ਜਿਹਦੇ ਕਰਕੇ ਉਹ ਧੁਨੀਆਂ ਮੇਰੇ ਕੋਲ ਰਹਿ ਗਈਆਂ। ਆਖੋ ਸਤਨਾਮ ਸ੍ਰੀ। ਮੈਂ ਮੰਨਦਾ ਵਾਂ ਉਹ ਵੀ ਤੇ ਵਿਦਵਾਨ ਸੀ ਨਾ। ਦੇਖੋ ਕਿੱਡੀ ਵੱਡੀ ਖੋਜ ਕਰਦੇ ਸੀ, ਤੁਰੇ ਫਿਰਦੇ ਸੀ। ਤੇ ਹੁਣ ਸਾਡੇ ਕੋਲ ਇਤਿਹਾਸ ਪਿਆ ਪਰ ਅਸੀਂ ਪੜ੍ਹ ਕੇ ਰਾਜੀ ਕੋਈ ਨਹੀਂ। ਜੇ ਇਹ ਬਦਕਿਸਮਤੀ ਹੈ ਸਾਡੀ, ਇਹ ਸਾਡੀ ਬਦਕਿਸਮਤੀ ਹੈ। ਜੋ ਸਾਨੂੰ ਸੁਣਾ ਦਗੇ ਸਾਡੇ ਰਾਗੀ ਢਾਡੀ ਪ੍ਰਚਾਰਕ, ਬਸ ਇਸ ਤੋਂ ਅੱਗੇ ਖੋਜਣ ਦੀ, ਤੁਰਨ ਦੀ ਕੋਸ਼ਿਸ਼ ਕਦੀ ਵੀ ਨਹੀਂ ਅਸੀਂ ਕੀਤੀ। ਪਰ ਹੱਥ ਬੰਨ੍ਹ ਕੇ ਤੁਹਾਨੂੰ ਅੱਜ ਬੇਨਤੀ ਕਰਾਂਗਾ, ਚੇਤਾ ਰੱਖਿਆ ਜੇ ਗੁਰਬਾਣੀ ਤੋਂ ਉੱਤੇ ਕੁਛ ਨਹੀਂ, ਗੁਰਬਾਣੀ ਤੋਂ ਉੱਤੇ ਕੁਛ ਨਹੀਂ। ਗੁਰਬਾਣੀ ਦਾ ਚਾਨਣ ਲੈ ਕੇ ਆਪਣੇ ਇਤਿਹਾਸ ਨੂੰ ਪੜ੍ਹਿਆ ਜੇ, ਕਦੀ ਤੁਹਾਨੂੰ ਭੁਲੇਖਾ ਨਹੀਂ ਪੈ ਸਕਦਾ। ਮੈਨੂੰ ਅੱਜ ਹੀ ਇੱਕ ਵੀਰ ਨੇ ਕਿਹਾ, ਕਹਿੰਦਾ ਜੀ ਇੱਕ ਪ੍ਰਚਾਰਕ ਕੁਝ ਸੁਣਾ ਕੇ ਜਾਂਦਾ, ਦੂਜਾ ਕੁਝ ਸੁਣਾ ਕੇ ਜਾਂਦਾ, ਕਹਿੰਦਾ ਭਰਾਵਾ ਕਿਹਦੀ ਮੰਨੀਏ। ਇਹ ਸੱਚ ਹੈ ਜੀ, ਬਿਲਕੁਲ ਸੱਚ ਹੈ। ਇਹ ਤੁਹਾਡੀ ਆਵਾਜ਼ ਹੈ ਜੀ, ਇਹ ਸੰਗਤਾਂ ਦੀ ਆਵਾਜ਼ ਹੈ ਔਰ ਸੰਗਤਾਂ ਦੀ ਗੱਲ ਸੱਚ ਹੈ, ਇਹਦੇ ਵਿੱਚ ਕੋਈ ਦੋਰਾਮਾ ਨਹੀਂ। ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਹਾਂ। ਜੇ ਤੇ ਮੈਂ ਮੁੱਕਰਾਂ ਫਿਰ ਤੇ ਮੈਂ ਗਲਤ ਹਾਂ, ਮੈਂ ਤੇ ਮੰਨਣ ਨੂੰ ਤਿਆਰ ਹਾਂ। ਕਿਤੇ ਇੱਕ ਪ੍ਰਚਾਰਕ ਕੋਈ ਸੁਣਾ ਕੇ ਜਾਂਦਾ, ਦੂਜਾ ਕੋਈ ਸੁਣਾ ਕੇ ਜਾਂਦਾ, ਕਿਹਦੀ ਮੰਨੀਏ। ਤੇ ਮੈਂ ਅੱਜ ਵੀਰਾਂ ਨੂੰ ਵੀ ਆ ਕੇ ਇੱਕ ਬੇਨਤੀ ਕੀਤੀ ਸੀ। ਇੱਕ ਸੁਨਿਆਰੇ ਦੇ ਕੋਲ ਮੈਂ ਇੱਕ ਸੋਨੇ ਦੀ ਮੁੰਦੀ ਲੈ ਕੇ ਜਾਵਾਂ। ਕਿਹੜੀ? ਸੋਨੇ ਦੀ ਮੁੰਦੀ ਲੈ ਕੇ ਜਾਵਾਂ ਤੇ ਇੱਕ ਲੈ ਕੇ ਜਾਵਾਂ ਪਿੱਤਲ ਦੀ। ਤੇ ਮੈਂ ਜਾ ਕੇ ਕਹਾਂ ਇਹ ਦੋਵੇਂ ਸੋਨੇ ਦੀਆਂ ਨੇ ਤੇ ਤੋਲ ਕੇ ਤੇ ਉਹਨੇ ਮੈਨੂੰ ਰੁਪਈਏ ਦੇ ਦੇ। ਤੇ ਉਹਦੇ ਕੋਲ ਕਸਵੱਟੀ ਹੈ ਜੀ? ਉਹਦੇ ਕੋਲੇ ਕਸਵੱਟੀ ਹੈ ਨਾ? ਉਹ ਕਹਿੰਦਾ ਵੀ ਆਹ ਤੇ ਸੋਨਾ ਹੈ, ਇਹਦੇ ਤੇ ਰੁਪਈਏ ਮਿਲ ਜਾਣਗੇ, ਤੇ ਆ ਨਾਲ ਪਿੱਤਲ ਚੱਕੀ ਫਿਰਦਾ, ਇਹਦਾ ਕੁਛ ਨਹੀਂ ਤੈਨੂੰ ਮਿਲਦਾ। ਤੇ ਮੈਂ ਕਹਾਂਗਾ ਦੇਖ ਰੰਗ ਤੇ ਇੱਕੋ ਜਿਹਾ ਹੀ ਹੈ ਨਾ, ਉਹ ਵੀ ਪੀਲਾ ਤੇ ਇਹ ਵੀ ਪੀਲਾ, ਰੰਗ ਇੱਕੋ ਜਿਹਾ ਹੈ, ਸ਼ਕਲਾਂ ਇੱਕੋ ਜਿਹੀਆਂ ਨੇ। ਉਹ ਕਹਿੰਦਾ ਭਾਵੇਂ ਕੁਝ ਵੀ ਹੋਵੇ, ਆਹ ਸੋਨਾ ਤੇ ਆਹ ਪਿੱਤਲ। ਹੁਣ ਸੁਨਿਆਰੇ ਕੋਲ 2 ਇੱਕ ਰੰਗ ਦੀਆਂ ਅੰਗੂਠੀਆਂ ਆਉਂਦੀਆਂ ਨੇ, ਪਰ ਉਹਦੇ ਕੋਲ ਕਸਵੱਟੀ ਹੈ ਸੋਨੇ ਨੂੰ ਪਰਖਣ ਦੀ। ਤੇ ਤੁਹਾਡੇ ਕੋਲ ਗੁਰਬਾਣੀ ਕਸਵੱਟੀ ਹੋਣੀ ਚਾਹੀਦੀ ਹੈ ਇਤਿਹਾਸ ਨੂੰ ਪਰਖਣ ਦੀ। ਜਿੱਦਣ ਤੁਹਾਡੇ ਕੋਲ ਗੁਰਬਾਣੀ ਦੀ ਕਸਵੱਟੀ ਆ ਗਈ, ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਬੰਦਾ ਇਤਿਹਾਸ ਸਹੀ ਸੁਣਾ ਰਿਹਾ ਤੇ ਆਹ ਸਾਡੀ ਕੌਮ ਨੂੰ ਗੁੰਮਰਾਹ ਕਰ ਰਿਹਾ। ਕਸਵੱਟੀ ਤੇ ਤੁਹਾਡੇ ਕੋਲ ਹੋਵੇ ਨਾ ਗੁਰਬਾਣੀ ਦੀ। ਅਸੀਂ ਗੁਰਬਾਣੀ ਛੱਡ ਦਿੱਤੀ। ਸਾਨੂੰ ਦੱਸਿਆ ਗਿਆ ਵੀ ਅੱਖਾਂ ਬੰਦ ਕਰਕੇ ਜਾਪ ਕਰ ਲਓ। ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਡੀਟੇਸ਼ਨ ਨਾ ਕਰੋ, ਜਾਪ ਨਾ ਕਰੋ, ਮੈਂ ਤੇ ਕਹਿੰਦਾ ਕਰੋ। ਪਰ ਆ 1430 ਅੰਗ ਨੇ, ਇਹ ਵੀ ਤੇ ਪੜ੍ਹਨੇ ਆ। ਆਖੋ ਸਤਨਾਮ ਸ੍ਰੀ। ਇਹ ਕੌਣ ਪੜ੍ਹੇਗਾ? ਇਹ ਕੌਣ ਵਿਚਾਰੇਗਾ? ਇਹ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ, ਜਿਹਦੇ ਬਾਰੇ ਲਿਖਿਆ ਹੋਇਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਕੌਣ ਪੜ੍ਹੇਗਾ? ਇਹ ਕੌਣ ਵਿਚਾਰੇਗਾ? ਇਹਦੇ ਅਰਥ ਕੌਣ ਕਰੇਗਾ? ਬਸ ਸਾਨੂੰ ਇਹ ਗੱਲ ਦੱਸ ਦਿੱਤੀ ਗਈ ਵੀ ਵਾਹਿਗੁਰੂ ਦਾ ਜਾਪ ਕਰੋ ਤੇ ਅੱਖਾਂ ਬੰਦ ਕਰ ਲਓ। ਠੀਕ ਹੈ, ਜਾਪ ਵੀ ਕਰੋ, ਅੱਧਾ ਘੰਟਾ ਲਾਓ, ਘੰਟਾ ਲਾਓ, ਪਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਹਿਜ ਪਾਠ ਵੀ ਕਰੋ। ਕਲੀਆਂ ਹੱਥ ਵਿੱਚ ਮਾਲਾ ਹੀ ਨਾ ਫੜ ਕੇ ਬਹਿ ਜੇ। ਅਜੇ ਕਿਤੇ ਕਿਤੇ ਗੱਤਕੇ ਦੀ ਕਲਾਸ ਵੀ ਲਾ ਲਿਆ ਕਰਿਆ ਜੇ। ਮਾਰਸ਼ਲ ਕੌਮ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਕੀਕਤ 'ਚ ਇਹ ਆਪਣੇ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਵਿੱਚੋਂ ਵੇਖੋ ਤੇ ਫਿਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ। ਭਾਈ ਸਾਹਿਬ ਗੁਰਮਤ ਦਾ ਬਾਣਾ ਕਿਹੜਾ ਹੈ? ਆ ਗਈ ਨਾ ਗੱਲ ਬਾਣੀ ਤੇ ਬਾਣੇ ਵਾਲੀ। ਗੁਰਮਤ ਦਾ ਬਾਣਾ ਕਿਹੜਾ ਹੈ? ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਮੈਂ ਕਿਸੇ ਨੂੰ ਪੁੱਛਾਂਗਾ ਉਹ ਕਹੇਗਾ ਚੋਲਾ ਪਾ, ਮੈਂ ਕਿਸੇ ਨੂੰ ਪੁੱਛਾਂਗਾ ਉਹ ਕਹੇਗਾ ਪਜਾਮੀ ਭੀੜੀ ਪਾ, ਮੈਂ ਕਿਸੇ ਨੂੰ ਪੁੱਛਾਂਗਾ ਉਹ ਕਹਿੰਦਾ ਜੋ ਮਰਜ਼ੀ ਪਾ। ਵੱਖੋ ਵੱਖਰੀਆਂ ਵਿਚਾਰਾਂ ਹੋ ਗਈਆਂ। ਮੈਂ ਕਿਸੇ ਨੂੰ ਪੁੱਛਣ ਦੀ ਬਜਾਏ ਆਪਣੇ ਬਾਪੂ ਨੂੰ ਪੁੱਛਦਾ ਵਾਂ, ਬਾਪੂ ਜੀ ਮੈਂ ਕੀ ਪਾਵਾਂ? ਤੇ ਮੇਰੇ ਸਾਹਿਬ ਜੀ ਕਹਿੰਦੇ ਜਿਤ ਪੈਦਾ ਤਨ ਪੀੜੀਐ ਮਨ ਮਹਿ ਚਲ ਹੈ ਵਿਕਾਰ। ਜਿਹੜਾ ਕੱਪੜਾ ਪਹਿਨਣ ਦੇ ਨਾਲ
ਤੇਰੇ ਮਨ ਦੇ ਵਿੱਚ ਵਿਕਾਰ ਪੈਦਾ ਹੋਣ, ਵੇਖਣ ਵਾਲੇ ਦੇ ਮਨ ਵਿੱਚ ਵਿਕਾਰ ਪੈਦਾ ਹੋਣ, ਬਾਪੂ ਕਹਿੰਦੇ ਉਹ ਕੱਪੜਾ ਨਹੀਂ ਪਾਉਣਾ। ਆਖੋ ਸਤਨਾਮ ਸ੍ਰੀ। ਹੋਰ ਦੱਸੋ ਵੀ ਕੱਪੜੇ ਦੀ ਪਾਬੰਦੀ ਸਾਡੇ ਤੇ ਕਿਹੜੀ ਹੈ? ਬੋਲੋ ਨਾ। ਕੋਈ ਸਾਡੇ ਤੇ ਇਸ ਤਰ੍ਹਾਂ ਦੀ ਪਾਬੰਦੀ ਨਹੀਂ, ਪਰ ਸਾਡੇ ਤੇ ਪਾਬੰਦੀਆਂ ਥੋਪ ਦਿੱਤੀਆਂ ਗਈਆਂ। ਮੈਨੂੰ ਵੀ ਕਈ ਕਹਿ ਦਿੰਦੇ ਨੇ 4 ਰੰਗ ਦੀ ਦਸਤਾਰ ਸਜਾਇਆ ਕਰ, 4 ਰੰਗ ਦੀ। ਮੈਂ ਕਿਹਾ ਕਿਹੜੇ ਕਿਹੜੇ? ਇੱਕ ਕਾਲਾ ਹੋ ਗਿਆ, ਇੱਕ ਪੀਲਾ ਹੋ ਗਿਆ, ਧਿਆਨ ਦਿਆ ਜੇ, ਇੱਕ ਚਿੱਟਾ ਹੋ ਗਿਆ, ਤੇ ਇੱਕ ਨੀਲਾ ਹੋ ਗਿਆ। 4 ਰੰਗ ਨਹੀਂ। ਮੈਂ ਕਿਹਾ ਨਾ ਨਾ, ਮੈਂ ਤੇ 18 ਰੰਗ ਸਜਾਵਾਂਗਾ। ਆਖੋ ਸਤਨਾਮ ਸ੍ਰੀ। ਹਾਂ ਤੂੰ 4 ਕਹਿੰਦਾ, ਮੈਂ 10 ਹੋਰ ਸਜਾਵਾਂਗਾ। ਪਰ ਮੈਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ 10 ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕੀ ਸਜਾਉਣਾ ਤੇ ਕੀ ਨਹੀਂ ਸਜਾਉਣਾ। ਬਾਪੂ ਨੇ ਮੈਨੂੰ ਦੱਸ ਦਿੱਤਾ ਹੈ। ਮੈਂ ਅਰਜ਼ ਕਰਦਾ ਵਾਂ, ਸਾਡੀ ਸਿੱਖ ਰਹਿਤ ਮਰਿਆਦਾ ਕਿਹੜੀ ਜੀ? ਆਵਾਜ਼ ਕੱਢੋ, ਆਵਾਜ਼। ਹੁਣ ਤੇ ਬੜਾ ਸੌਖਾ ਹੋ ਗਿਆ। ਹੁਣ ਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਗੁਰਦੁਆਰਾ ਸਾਹਿਬ ਵਿੱਚ ਸਿੱਖ ਰਹਿਤ ਮਰਿਆਦਾ ਹੈ ਕਿ ਨਹੀਂ। ਬੱਚਿਆਂ ਨੂੰ ਵੀ ਬੇਨਤੀ ਹੈ, ਭੈਣਾਂ ਨੂੰ ਵੀ ਬੇਨਤੀ ਹੈ, ਆਪੋ ਆਪਣੇ ਮੋਬਾਈਲ ਦੇ ਵਿੱਚ ਇੱਕ ਐਪ ਲੈ ਲਿਆ ਜੇ, ਜਿਸ ਐਪ ਦਾ ਨਾਮ ਕੀ ਹੈ? ਸਿੱਖ ਰਹਿਤ ਮਰਿਆਦਾ। ਕੀ ਹੈ ਨਾਮ? ਬੜਾ ਸੌਖਾ ਹੁਣ ਤੇ ਕੰਮ। ਹੁਣ ਤੇ ਸਾਨੂੰ ਕਾਪੀਆਂ ਦੀ ਵੀ ਲੋੜ ਨਹੀਂ, ਛਪਾਉਣ ਦੀ ਲੋੜ ਨਹੀਂ, ਵੰਡਣ ਦੀ ਲੋੜ ਨਹੀਂ। ਇੱਕ ਐਪ ਲੈ ਲਓ ਜਿਸ ਐਪ ਦਾ ਨਾਮ ਹੈ ਸਿੱਖ ਰਹਿਤ ਮਰਿਆਦਾ, ਤੇ ਬਕਾਇਦਾ ਉਹਦੇ ਵਿੱਚ ਰਿਟਨ ਦੇ ਅੰਦਰ ਦਰਜ ਹੈ। ਕੀ ਦਰਜ ਹੈ? ਕਛਹਿਰੇ ਤੇ ਦਸਤਾਰ ਤੋਂ ਛੁੱਟ ਕੱਪੜੇ ਦੀ ਕੋਈ ਪਾਬੰਦੀ ਨਹੀਂ। ਆਖੋ ਸਤਨਾਮ ਸ੍ਰੀ। ਕੰਪਲਸਰੀ ਕੀ ਹੈ? ਕਛਹਿਰਾ ਤੇ ਦਸਤਾਰ। ਬੋਲੋ ਨਾ। ਹੁਣ ਮੈਂ ਆਪਣੇ ਕੋਲੋਂ ਤਾਂ ਕਹਿ ਨਹੀਂ ਰਿਹਾ। ਜੇ ਮੈਂ ਆਪਣੇ ਕੋਲੋਂ ਕਹਾਂ ਤਾਂ ਰੱਜ ਕੇ ਵਿਰੋਧ ਕਰੋ, ਤੇ ਜੇ ਸਿੱਖ ਰਹਿਤ ਮਰਿਆਦਾ ਵਿੱਚ ਹੋਵੇ ਫਿਰ ਤੇ ਮੰਨਣ ਨੂੰ ਤਿਆਰ ਹੋ ਨਾ ਜੀ, ਮੰਨਣ ਨੂੰ। ਉਹਦੇ ਵਿੱਚ ਲਿਖਿਆ ਹੋਇਆ ਸਿੱਖ ਰਹਿਤ ਮਰਿਆਦਾ ਵਿੱਚ ਦਸਤਾਰ ਤੇ ਕਛਹਿਰੇ ਤੋਂ ਛੁੱਟ ਕੱਪੜੇ ਦੀ ਕੋਈ ਪਾਬੰਦੀ ਨਹੀਂ। ਪਰ ਹੁਣ ਦੇਖਣਾ ਪਏਗਾ ਵੀ ਕਿਹੜੇ ਕੱਪੜੇ ਦੀ ਪਾਬੰਦੀ ਨਹੀਂ, ਤੇ ਉਹਦਾ ਜਵਾਬ ਗੁਰਬਾਣੀ ਦੇ ਵਿੱਚੋਂ ਹੈ। ਜਿਤ ਪੈਦਿਆ ਤਨ ਪੀੜੀਐ ਮਨ ਮਹਿ ਚਲ ਹੈ ਵਿਕਾਰ। ਜਿਹੜਾ ਕੱਪੜਾ ਤੇਰੇ ਮਨ ਨੂੰ ਵਿਕਾਰੀ ਕਰੇ, ਤੇਰੇ ਮਨ ਵਿੱਚ ਵਿਕਾਰ ਪੈਦਾ ਹੋਵੇ, ਦੇਖਣ ਵਾਲੇ ਦੇ ਮਨ ਵਿੱਚ ਵਿਕਾਰ ਪੈਦਾ ਹੋਵੇ, ਬਾਪੂ ਕਹਿੰਦੇ ਉਹ ਕੱਪੜਾ ਤਨ ਤੇ ਨਹੀਂ ਪਾਉਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲ ਹੋ ਗਈ ਬਾਣੀ ਦੀ। ਪਹਿਲੀ ਗੱਲ ਕੀਤੀ ਹੈ ਬਾਣੀ ਦੀ, ਤੇ ਵੀਰਾਂ ਨੇ ਕਿਹਾ ਸੀ 2 ਗੱਲਾਂ ਜ਼ਰੂਰ ਦੱਸਿਆ ਜੇ, ਬਾਣੀ ਤੇ ਬਾਣਾ। ਬਾਣੀ ਦੀ ਰੋਸ਼ਨੀ ਦੇ ਵਿੱਚ ਹਰ ਚੀਜ਼ ਦੇਖਣੀ ਹੈ। ਕੀ ਖਾਵਾਂ ਕੀ ਨਾ ਖਾਵਾਂ, ਕਿੱਥੇ ਜਾਵਾਂ ਕਿੱਥੇ ਨਾ ਜਾਵਾਂ, ਕੀ ਬੋਲਾਂ ਤੇ ਕੀ ਨਾ ਬੋਲਾਂ, ਕੀ ਸੁਣਾ ਤੇ ਕੀ ਨਾ ਸੁਣਾ। ਇਹ ਗੁਰਬਾਣੀ ਨੇ ਮੈਨੂੰ ਦੱਸਿਆ। ਗੁਰਬਾਣੀ ਨੇ ਮੈਨੂੰ ਇੱਕ ਜੀਵਨ ਜਾਂਚ ਦੇ ਦਿੱਤੀ, ਤੇ ਉਹਨੂੰ ਲੈ ਕੇ ਚੱਲੀਏ ਨਾ। ਪ੍ਰਕਾਸ਼ ਤੇ ਹੈ, ਪਰ ਪ੍ਰਕਾਸ਼ ਜੀਵਨ ਦੇ ਵਿੱਚ ਲੈਣਾ ਪਏਗਾ ਨਾ। ਕੋਈ ਸਤਨਾਮ ਸ੍ਰੀ। ਅੱਜ ਤੁਸੀਂ ਸਾਰੇ ਕੀ ਮਨਾ ਰਹੇ ਹੋ? ਪਹਿਲਾ ਪ੍ਰਕਾਸ਼ ਦਿਹਾੜਾ, ਤੇ ਹੱਥ ਬੰਨ੍ਹ ਕੇ ਬੇਨਤੀ ਹੈ ਪ੍ਰਕਾਸ਼ ਲੈ ਕੇ ਵੀ ਜਾਇਆ ਜੇ। ਇਹ ਨਾ ਹੋਵੇ ਪ੍ਰਕਾਸ਼ ਦਿਹਾੜਾ ਹੀ ਕੱਲਾ ਮਨਾਇਆ। ਨਾ ਨਾ ਨਾ, ਕੱਲਾ ਦਿਹਾੜਾ ਨਹੀਂ ਮਨਾਉਣਾ, ਪ੍ਰਕਾਸ਼ ਆਪਣੇ ਜੀਵਨ ਵਿੱਚ ਲੈ ਕੇ ਵੀ ਜਾਣਾ। ਤੇ ਕਿਵੇਂ ਲਿਜਾਇਆ ਜਾਏਗਾ? ਉਹਦਾ ਮੈਂ ਜਵਾਬ ਦੇਣਾ। ਮੈਂ ਗੁਰਬਾਣੀ ਦੀ ਰੋਸ਼ਨੀ ਆਪਣੇ ਜੀਵਨ ਵਿੱਚ ਲੈ ਕੇ ਜਾਓ, ਤੇ ਕਸਵੱਟੀ ਗੁਰਬਾਣੀ ਦੀ ਤੁਹਾਡੇ ਕੋਲ ਸਿੱਖ ਦੀ ਹੋਵੇ, ਫਿਰ ਤੈਨੂੰ ਪਤਾ ਲੱਗ ਜਾਏਗਾ ਇਹ ਸਾਡਾ ਇਤਿਹਾਸ ਹੈ, ਇਹ ਸਾਡਾ ਇਤਿਹਾਸ ਹੀ ਨਹੀਂ। ਮੈਂ ਪਾਉਣਾ ਹੈ, ਮੈਂ ਪਾਉਣਾ ਹੀ ਨਹੀਂ। ਮੈਂ ਬੋਲਣਾ ਹੈ, ਮੈਂ ਬੋਲਣਾ ਹੀ ਨਹੀਂ। ਸਾਡੀ ਮਰਿਆਦਾ ਹੈ, ਸਾਡੀ ਮਰਿਆਦਾ ਹੀ ਨਹੀਂ। ਕਸਵੱਟੀ ਤੇ ਹੋਵੇ ਨਾ ਸਾਡੇ ਕੋਲ। ਹੁਣ ਕਸਵੱਟੀ ਕਹਿੰਦੀ ਨਾ, ਅਸੀਂ ਲੜਦੇ ਪਏ ਹਾਂ, ਬਹੁਤ ਜ਼ਿਆਦਾ ਲੜਦੇ ਪਏ ਹਾਂ। ਕਸਵੱਟੀ ਹੈ ਨਹੀਂ ਸਾਡੇ ਕੋਲ। ਮੈਂ ਤਾਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਹੈ। ਸੁਨਿਆਰੇ ਕੋਲ ਕਸਵੱਟੀ ਹੈ, ਤੁਸੀਂ ਲੱਖ ਪਿੱਤਲ ਦੀਆਂ ਮੁੰਦੀਆਂ ਲੈ ਕੇ ਚਲੇ ਜਾਓ, ਕਹਿੰਦਾ ਨਾ 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 ਨਾ, ਖੇਡਾਂ ਨਾ ਕਰ ਖੇਡਾਂ। ਸੋਨਾ ਹੈ ਤੇ ਪਿੱਤਲ ਹੈ। ਉਹਨੂੰ ਤੇ ਕਸਵੱਟੀ ਦਾ ਪਤਾ ਲੱਗ ਗਿਆ। ਤੇ ਤੁਸੀਂ ਕਹਿੰਦੇ ਵੀ ਜੋ ਸਾਨੂੰ ਕੋਈ ਸੁਣਾ ਜਾਂਦਾ ਅਸੀਂ ਸੁਣ ਕੇ ਤੁਰਦੇ ਬਣਦੇ, ਪਰ ਤੁਹਾਡੀ ਕਸਵੱਟੀ ਕਿੱਥੇ ਹੈ? ਕਸਵੱਟੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ। ਉਸ ਕਸਵੱਟੀ ਤੇ ਆਪਣਾ ਇਤਿਹਾਸ ਦੇਖੋ, ਉਸ ਕਸਵੱਟੀ ਤੇ ਆਪਣੇ ਆਪ ਨੂੰ ਵੇਖੋ। ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਮੈਂ ਗਲਤ ਹਾਂ, ਉੱਥੇ ਆਪਣੇ ਜੀਵਨ ਦੇ ਵਿੱਚ ਸੁਧਾਰ ਕਰੋ। ਬੇਅੰਤ 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 ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਤਿਗੁਰ ਪਾਤਸ਼ਾਹ ਜੀ ਕਰਨ ਕਿਰਪਾ। ਜੋ ਬਚਨ ਪੜ੍ਹੇ, ਜੋ ਬਚਨ ਸੁਣੇ, ਸਾਡੇ ਜੀਵਨ ਵਿੱਚ ਵਸ ਜਾਣ, ਤੇ ਇਹਨਾਂ ਦੇ ਮੁਤਾਬਕ ਸਾਡੇ ਜੀਵਨ ਦਾ ਹਰ ਕਾਰਜ ਹੋ ਜਾਵੇ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਦਾ ਧੰਨਵਾਦੀ ਹਾਂ, ਕੋਟ ਕੋਟ ਧੰਨਵਾਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੁੱਚੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ। ਮੈਂ ਅਕਸਰ ਅੱਗੇ ਵੀ ਆਉਣਾ ਵਾਂ, ਕਿਉਂਕਿ ਪਟਿਆਲੇ ਤੁਹਾਨੂੰ ਪਤਾ ਬਿਲਕੁਲ ਨਾਲ ਹੀ ਮਾਰਕੀਟ ਦੇ ਵਿੱਚ ਸਾਡਾ ਅਕਾਲ ਚੈਨਲ ਹੈ ਜੀ। ਤੇ ਮੈਨੂੰ ਕਰੀਬ 10 ਕੁ ਦਿਨਾਂ ਪਿੱਛੋਂ ਇੱਕ ਦਿਨ ਆਉਣਾ ਪੈਂਦਾ, ਤੇ ਜਦੋਂ ਮੈਂ ਆਉਣਾ ਵਾਂ ਕਈ ਵਾਰੀ ਸਮਾਂ ਹੋਏ ਤੇ ਮੈਂ ਵੀਰਾਂ ਨੂੰ ਯਾਦ ਵੀ ਕਰ ਲੈਂਦਾ ਵਾਂ, ਤੇ ਜੇ ਇਹਨਾਂ ਕੋਲ ਸਮਾਂ ਹੋਵੇ ਤੇ ਮੈਨੂੰ ਮਿਲ ਕੇ ਵੀ ਜਾਂਦੇ ਨੇ।
ਔਰ ਅਰਦਾਸ ਕਰਦਾ ਵਾਂ ਸਾਡਾ ਗੁਰਸਿੱਖੀ ਨਾਤਾ ਆਪਸ ਵਿੱਚ ਬਣਿਆ ਰਵੇ। ਖੂਨ ਦਾ ਨਾਤਾ ਕੋਈ ਨਹੀਂ ਜੇ। ਸਪਸ਼ਟ ਬੇਨਤੀਆਂ ਨੇ। ਖੂਨ ਦੇ ਨਾਤੇ ਤਾਂ ਮੈਂ ਦੇਖਿਆ ਵੀ ਖੂਨ ਦੇ ਨਾਲ ਹੀ ਭਿੱਜੇ ਪਏ ਨੇ। ਹਕੀਕਤਾਂ ਨੇ ਇਹ ਤਾਂ ਸਾਡਾ ਵਿਚਾਰ ਦਾ ਨਾਤਾ ਬਣੇ ਤੇ ਇਹ ਗੁਰਸਿੱਖੀ ਨਾਤਾ ਕੀ ਸਾਡਾ ਅੱਗੇ ਤੁਰਿਆ ਜਾਵੇ। ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਪ੍ਰਬੰਧਕ ਕਮੇਟੀ ਦਾ ਧੰਨਵਾਦ। ਬੜੇ ਸਤਿਕਾਰਯੋਗ ਗੁਰੂ ਘਰ ਦੇ ਬੜੇ ਪਿਆਰ ਵਾਲੇ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਉਹ ਪਹੁੰਚ ਚੁੱਕੇ ਨੇ ਤੇ ਤੁਹਾਨੂੰ ਰੱਬੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨਗੇ। ਆਪਣੇ ਸੇਵਕ ਨੂੰ ਦਿਓ ਇਜਾਜ਼ਤਾਂ। ਗੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।